This program is sponsored by PrimeLink Express, Gurmeet Mali, Union Truck Stop, Bakersfield, Sukhi Kuman. नमस्कार, अस्सलामुअलैकुम, सत श्री अकाल। मैं हाँ कमर संधू और ਤੁਹਾਡਾ ਅੱਜ ਦੇ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਲਾਈਵ ਸ਼ੋਅ ਅਸੀਂ ਬਾਸ ਟੀਵੀ ਤੇ ਬਾਸ ਦੇ ਫੇਸਬੁੱਕ ਪੇਜ ਦੇ ਉੱਪਰ ਇਸ ਵੇਲੇ ਲਾਈਵ ਕਰਦੇ ਹਾਂ। ਤੁਸੀਂ ਬਾਸ ਟੀਵੀ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਜਾ ਕੇ ਸਾਡੇ ਨਾਲ ਜੁੜ ਸਕਦੇ ਜੇ। ਇਸ ਵੇਲੇ ਨਾਰਥ ਅਮਰੀਕਾ ਦੇ ਵਿੱਚ ਹੈ ਬੁੱਧਵਾਰ ਦੀ ਸ਼ਾਮ, ਭਾਰਤ 'ਚ ਵੀਰਵਾਰ ਦੀ ਸਵੇਰ, ਆਸਟ੍ਰੇਲੀਆ 'ਚ ਦੁਪਹਿਰ ਹੋਣ ਜਾ ਰਹੀ ਆ। ਨਾਨਕਸ਼ਾਹੀ ਸੰਮਤ 552 ਦੀ ਸੌਣ ਦੀ ਅੱਜ 22 ਤਰੀਕ ਆ। ਅੱਜ ਦੇ ਸ਼ੋਅ ਦੇ ਰੋਜ਼ ਵਾਂਗੂ ਦੋ ਸਪਾਂਸਰਸ ਨੇ, ਪ੍ਰਾਈਮ ਲਿੰਕ ਐਕਸਪ੍ਰੈਸ ਗੁਰਮੀਤ ਮੱਲੀ ਅਤੇ ਯੂਨੀਅਨ ਵਿਲੇਜ ਟਰੱਕ ਸਟਾਪ ਬੇਕਰਸਫੀਲਡ ਸੁਖੀ ਘੁੰਮਣ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਕ ਬਹੁਤ ਅਹਿਮ ਡਿਵੈਲਪਮੈਂਟ ਜਿਹੜੀ ਕੱਲ੍ਹ ਹੋਈ ਆ ਉਹਦੇ ਬਾਰੇ ਗੱਲ ਕਰਨੀ ਆ। ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦੀ ਕੱਲ੍ਹ ਉਸਾਰੀ ਦਾ ਕੰਮ ਸ਼ੁਰੂ ਹੋਇਆ, ਉਹਦਾ ਨੀਂਹ ਪੱਥਰ ਰੱਖਿਆ ਗਿਆ ਔਰ ਨੀਂਹ ਪੱਥਰ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਆ ਕੇ ਉੱਥੇ ਰੱਖਿਆ, ਉੱਥੇ ਭੂਮੀ ਪੂਜਨ ਦੇ ਵਿੱਚ ਹਿੱਸਾ ਲਿਆ। ਬਹੁਤ ਗਿਣਤੀ ਦੇ ਜਿਹੜੇ ਸਾਡੇ ਲੋਕ ਨੇ ਇਸ ਮੁਲਕ ਦੇ, ਉਹਨਾਂ ਦੇ ਵਿੱਚ ਬਹੁਤ ਜੋਸ਼ ਤੇ ਉਤਸ਼ਾਹ ਵਾ। ਲੇਕਿਨ ਇਸ ਫੰਕਸ਼ਨ ਔਰ ਜਿਸ ਤਰ੍ਹਾਂ ਇਹ ਫੰਕਸ਼ਨ ਕੀਤਾ ਗਿਆ, ਤੁਹਾਨੂੰ ਪਤਾ ਹੀ ਆ ਕਿ ਰਾਮ ਜਨਮ ਭੂਮੀ ਅਯੋਧਿਆ ਦੇ ਵਿੱਚ ਇਸ ਮਸਲੇ ਦੇ ਉੱਤੇ ਕਈ ਦਹਾਕਿਆਂ ਤੋਂ, ਕਈ ਸਦੀਆਂ ਤੋਂ ਇੱਕ ਤਰੀਕੇ ਨਾਲ ਵਿਵਾਦ ਚੱਲ ਰਿਹਾ ਸੀ। ਸੁਪਰੀਮ ਕੋਰਟ ਦੇ ਫੈਸਲੇ ਦੇ ਤਹਿਤ ਇਹ ਰਾਮ ਮੰਦਿਰ ਦੀ ਉਸਾਰੀ ਦਾ ਕੱਲ੍ਹ ਕੰਮ ਸ਼ੁਰੂ ਹੋਇਆ। ਇਹ ਕੰਮ ਟਰਸਟ ਨੇ ਕਰਨਾ ਸੀ, ਪਰ ਇੰਝ ਲੱਗਦਾ ਵੀ ਇਹ ਸਰਕਾਰ ਦਾ ਫੰਕਸ਼ਨ ਸੀ। ਇਹਦੇ ਤੇ ਜਿਹੜੇ ਸਵਾਲ ਉੱਠਦੇ ਆ ਉਹਨਾਂ ਤੇ ਆਪਾਂ ਅੱਜ ਗੱਲਬਾਤ ਕਰਨੀ ਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹਦੇ ਨਾਲ ਮੁਲਕ ਦੇ ਵਿੱਚ ਇਕਤਾ, ਅਖੰਡਤਾ ਆਵੇਗੀ, ਆਰਥਿਕ ਵਿਵਸਥਾ ਬਿਹਤਰ ਹੋਵੇਗੀ, ਰਾਮ ਰਾਜ ਆਏਗਾ। ਅੱਜ ਆਪਾਂ ਗੱਲ ਕਰਨੀ ਆ ਕਿ ਕੀ ਵਾਕਈ ਰਾਮ ਮੰਦਿਰ ਦੀ ਉਸਾਰੀ ਨਾਲ, ਜਿਸ ਤਰੀਕੇ ਨਾਲ ਇਹ ਉਸਾਰੀ ਹੋਈ, ਜਿਸ ਤਰੀਕੇ ਨਾਲ ਇਹ ਵਿਵਾਦ ਅੱਗੇ ਵਧਿਆ, ਉਹਦੇ ਨਾਲ ਵਾਕਈ ਮੁਲਕ ਦੇ ਵਿੱਚ ਰਾਮ ਰਾਜ ਆ ਸਕੂਗਾ। ਕੀ ਅਸੀਂ ਬਹੁਮਤ ਦੇ ਨਾਲ ਸੰਵਿਧਾਨ ਨੂੰ ਇੱਕ ਨਵਾਂ ਸੰਵਿਧਾਨ ਦੇਣਾ ਚਾਹੁੰਦੇ ਹਾਂ, ਸੰਵਿਧਾਨ ਦੇ ਵਿੱਚ ਬਦਲਾਅ, ਸੋਧ ਕਰਨੀ ਚਾਹੁੰਦੇ ਹਾਂ। ਇਹ ਸਾਰੇ ਮਸਲਿਆਂ 'ਤੇ ਆਪਾਂ ਮੁਲਕ ਨੂੰ ਨਵਾਂ ਸੰਵਿਧਾਨ ਦੇਣਾ ਚਾਹੁੰਦੇ ਹਾਂ ਜਾਂ ਸੰਵਿਧਾਨ ਦੇ ਵਿੱਚ ਸੋਧ ਕਰਨੀ ਚਾਹੁੰਦੇ ਹਾਂ। ਇਹਨਾਂ ਮਸਲਿਆਂ 'ਤੇ ਆਪਾਂ ਅੱਜ ਵਿਚਾਰ ਵਟਾਂਦਰਾ ਕਰਨਾ। ਬਹੁਤ ਸੰਵੇਦਨਸ਼ੀਲ ਮਸਲਾ ਵਾ, ਬਹੁਤ ਜਿਹੜਾ ਇੱਕ ਤਰੀਕੇ ਨਾਲ ਮੈਂ ਕਹਾਂ ਕਿ ਬਹੁਤ ਇੰਪੋਰਟੈਂਟ ਮਸਲਾ ਵਾ, ਸੈਂਸਿਟਿਵ ਮਸਲਾ ਵਾ। ਸੋ ਇਹਦੇ 'ਤੇ ਮੈਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਆਪਣੀ ਗੱਲ ਪੂਰੀ ਖੁੱਲ੍ਹ ਕੇ ਕਹੋ, ਲੇਕਿਨ ਕਿਸੇ ਧਰਮ ਦੇ ਖਿਲਾਫ ਆਪਾਂ ਗੱਲ ਨਹੀਂ ਕਰਨੀ। ਮੁਲਕ ਦੀ ਏਕਤਾ ਤੇ ਅਖੰਡਤਾ ਦਾ ਖਾਸ ਖਿਆਲ ਰੱਖਦੇ ਹੋਏ ਆਪਾਂ ਅੱਜ ਇਹ ਬਹਿਸ ਜਿਹੜੀ ਆ ਉਹ ਵਿਚਾਰ ਵਟਾਂਦਰਾ ਜਿਹੜਾ ਵਾ ਉਹ ਕਰਨਾ ਵਾ। ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਪਰ ਵੀ ਜੁੜ ਸਕਦੇ ਜੇ ਕਾਲ ਕਰਨੀ ਹੋਵੇ ਤੇ ਸਾਡਾ ਨੰਬਰ ਆ ਉਹ ਲਗਾਤਾਰ ਤੁਹਾਡੀ ਸਕਰੀਨ ਤੇ ਆ ਰਿਹਾ ਵਾ, 7187753585 ਅਮਰੀਕਾ ਦਾ ਨੰਬਰ ਆ। ਇਹਦੇ ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਦੇ ਸਕਦੇ ਜੇ। ਮੈਂ ਫਿਰ ਦੱਸ ਦੇਵਾਂ ਕਿ ਮਿਲਿਆ ਜੁਲਿਆ ਪ੍ਰਤੀਕਰਮ ਵੱਖਰੀਆਂ ਪਾਰਟੀਆਂ ਤੋਂ ਆ ਰਿਹਾ ਵਾ। ਬੀਜੇਪੀ ਦੇ ਕਰੀਬ ਸਾਰੇ ਹੀ ਜਿਹੜੇ ਉਹਨਾਂ ਦੇ ਵਰਕਰ ਨੇ ਜਾਂ ਉਹਨਾਂ ਦੇ ਲੀਡਰ ਨੇ, ਉਹਨਾਂ 'ਚ ਬਹੁਤ ਉਤਸ਼ਾਹ ਤੇ ਜੋਸ਼ ਆ ਔਰ ਉਹਨਾਂ ਬਹੁਤ ਲੋਕਾਂ ਨੇ ਇਸ ਕੱਲ੍ਹ ਦੀ ਡਿਵੈਲਪਮੈਂਟ ਨੂੰ ਵੈਲਕਮ ਵੀ ਕੀਤਾ, ਇਹਦਾ ਸਵਾਗਤ ਵੀ ਕੀਤਾ ਵਾ। ਲੇਕਿਨ ਕੁਝ ਲੋਕਾਂ ਨੇ ਇਹਦੀ ਕ੍ਰਿਟਿਸਿਜ਼ਮ ਵੀ ਕੀਤੀ ਹੈ, ਇਹਦੀ ਆਲੋਚਨਾ ਵੀ ਕੀਤੀ, ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨੇ ਉਹ ਫੰਕਸ਼ਨ ਦੇ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਧੋਤੀ ਕੁੜਤਾ ਪਾ ਕੇ, ਮੁਕਟ ਪਾ ਕੇ ਉਸ ਫੰਕਸ਼ਨ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਔਰ ਉੱਥੇ ਦੰਡਵਟ ਪ੍ਰਣਾਮ ਉਹਨਾਂ ਨੇ ਕੀਤਾ, ਜੈ ਸ਼੍ਰੀ ਰਾਮ ਨਾਲ ਲੋਕਾਂ ਨੂੰ ਗ੍ਰੀਟ ਕੀਤਾ। ਕਿ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਮੁਲਕ ਦੇ ਪ੍ਰਧਾਨ ਮੰਤਰੀ ਬਤੌਰ ਪ੍ਰਧਾਨ ਮੰਤਰੀ ਉੱਥੇ ਗਏ ਆ। ਔਰ ਇੱਕ ਮੁਸਲਿਮ ਲੀਡਰ ਨੇ ਅਸਾਦੁਦੀਨ ਓਵੈਸੀ, ਉਹਨਾਂ ਨੇ ਕਿਹਾ ਵਾ ਕਿ ਪ੍ਰਧਾਨ ਮੰਤਰੀ ਦਾ ਪੂਰਾ ਹੱਕ ਆ ਬਤੌਰ ਇੱਕ ਚੰਗੇ ਹਿੰਦੂ ਵੀ ਇਸ ਫੰਕਸ਼ਨ 'ਚ ਹਿੱਸਾ ਲੈਂਦੇ, ਲੇਕਿਨ ਬਤੌਰ ਪ੍ਰਧਾਨ ਮੰਤਰੀ ਉਹਨਾਂ ਨੂੰ ਇਸ ਫੰਕਸ਼ਨ 'ਚ ਹਿੱਸਾ ਨਹੀਂ ਸੀ ਲੈਣਾ ਚਾਹੀਦਾ। ਇਹ ਉਹਨਾਂ ਦਾ ਖਿਆਲ ਆ। ਅਰਵਿੰਦ ਕੇਜਰੀਵਾਲ ਨੇ ਕਿਹਾ ਜੈ ਸ਼੍ਰੀ ਰਾਮ, ਜੈ ਬਜਰੰਗ ਬਲੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਵਧਾਈ ਦਿੱਤੀ ਆ ਇਸ ਰਾਮ ਜਨਮ ਭੂਮੀ ਮੰਦਿਰ ਦੀ ਉਸਾਰੀ ਦੀ। ਬਹੁਤ ਲੋਕਾਂ ਨੇ ਸਵਾਲ ਉਠਾਇਆ ਵੀ ਕੀ ਸਾਨੂੰ ਧਰਮ ਤੇ ਰਾਜਨੀਤੀ ਤੇ ਸਿਆਸਤ ਨੂੰ ਮਿਲਾਉਣਾ ਚਾਹੀਦਾ ਵਾ। ਇਹਦੇ ਤੇ ਵੀ ਸਵਾਲ ਉੱਠਦੇ ਆ। ਇਹਨਾਂ ਸਾਰੀਆਂ ਗੱਲਾਂ ਤੇ ਆਪਾਂ ਅੱਜ ਵਿਚਾਰ ਵਟਾਂਦਰਾ ਕਰਨਾ ਵਾ। ਕੁਝ ਲੋਕਾਂ ਨੂੰ ਫੀਲਿੰਗ ਆ ਕਿ ਜਿਹੜਾ ਸਾਡਾ ਸੰਵਿਧਾਨ ਆ ਉਹ ਕਹਿੰਦਾ ਵਾ ਵੀ ਅਸੀਂ ਇੱਕ ਧਰਮ ਨਿਰਪੱਖ ਮੁਲਕ ਆ, ਸੈਕੂਲਰ ਮੁਲਕ ਆ, ਸਾਡੇ ਮੁਲਕ ਦੇ ਵਿੱਚ ਪਲੂਰੈਲਿਟੀ ਆ।
ਅਨੇਕਵਾਦ ਆ, ਬਹੁਵਾਦ ਆ, ਔਰ ਇਹ ਬਹੁਵਾਦ ਔਰ ਅਨੇਕਵਾਦ ਨੂੰ ਇਸ ਤਰ੍ਹਾਂ ਮੰਦਰ ਦੀ ਉਸਾਰੀ ਕਰਨਾ, ਜਿਹੜੀ ਥਾਂ ਤੇ ਉਸਾਰੀ ਹੋ ਰਹੀ ਆ ਉੱਥੇ ਇੱਕ ਮੌਸਕ ਸੀ, ਮਸਜਿਦ ਸੀ, ਜਿਹਨੂੰ ਢਾਹ ਕੇ ਇਹ ਸਭ ਕੁਝ ਕੀਤਾ ਗਿਆ, ਔਰ ਉਹ ਜਿਹੜਾ ਢਾਇਆ ਗਿਆ ਸੀ ਉਹਨੂੰ ਸੁਪਰੀਮ ਕੋਰਟ ਨੇ ਗਲਤ ਕਰਾਰ ਕੀਤਾ ਸੀ ਔਰ ਉਹਦੇ ਹਾਲੀ ਕੇਸ ਚੱਲ ਰਿਹਾ। ਲੇਕਿਨ ਸੁਪਰੀਮ ਕੋਰਟ ਨੇ ਨਾਲ ਨਾਲ ਇੱਥੇ ਰਾਮ ਜਨਮ ਭੂਮੀ ਮੰਦਰ ਦੀ ਉਸਾਰੀ ਦੀ ਇਜਾਜ਼ਤ ਵੀ ਦਿੱਤੀ ਸੀ। ਸੋ ਥੋੜਾ ਜਿਹਾ ਕੰਟਰਡਿਕਟਰੀ ਸੀ ਉਹ ਜਿਹੜੀ ਸੁਪਰੀਮ ਕੋਰਟ ਦੀ ਜਜਮੈਂਟ ਸੀ। ਲੇਕਿਨ ਜਿਸ ਤਰੀਕੇ ਨਾਲ ਇਹ ਫੰਕਸ਼ਨ ਕੱਲ ਹੋਇਆ ਇਹਦੇ ਤੇ ਕੁਝ ਸਵਾਲ ਜ਼ਰੂਰ ਉੱਠ ਰਿਹਾ ਜਿਨ੍ਹਾਂ ਤੇ ਆਪਾਂ ਅੱਜ ਡਿਸਕਸ ਕਰਨੀ ਆ। ਲੈਟਸ ਟੇਕ ਦੀ ਫਸਟ ਕਾਲ। ਹੈਲੋ ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਮੈਂ ਤਾਂ ਇਹ ਕਹੂੰਗਾ ਜਦੋਂ ਕਿਸੇ ਵੀ ਦੇਸ਼ ਦੇ ਜਾਂ ਪ੍ਰਧਾਨ ਮੰਤਰੀ ਜਾਂ ਜਿਹੜਾ ਸ਼ਾਸਕ ਹੈ, ਪ੍ਰਸ਼ਾਸਨ ਹੈ, ਯਾਨੀ ਮੋਢਲਾ ਜਿਹੜਾ ਦੇਸ਼ ਨੂੰ ਚਲਾਉਂਦਾ ਹੈ, ਉਹ ਲੋਕਾਂ ਦੇ ਧਰਮ ਦੇ ਵਿੱਚ ਇੰਨੀ ਵੱਡੀ ਦਖਲਅੰਦਾਜ਼ੀ ਕਰਨ ਲੱਗ ਜਾਵੇ ਨਾ, ਇਹ ਮਾੜੇ ਸੰਕੇਤ ਹੈ। ਕਿਉਂਕਿ ਧਰਮ ਨੂੰ ਤਾਂ ਧਰਮ ਦੇ ਨਾਂ ਤੇ ਛੱਡਣਾ ਚਾਹੀਦਾ ਹੈ। ਵੈਸੇ ਮੈਂ ਕਹੂੰਗਾ ਇੱਕ ਮਿੰਟ ਸ਼ੇਰ ਸਿੰਘ ਜੀ, ਇੱਕ ਮਿੰਟ ਸ਼ੇਰ ਸਿੰਘ ਜੀ, ਆਵਾਜ਼ ਆ ਰਹੀ ਮੈਨੂੰ ਤੁਹਾਡੀ? ਹਾਂਜੀ ਹਾਂਜੀ, ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ? ਸ਼ੇਰ ਸਿੰਘ ਜੀ, ਆਪਾਂ ਹੁਣ ਤੇ ਪ੍ਰਧਾਨ ਮੰਤਰੀ ਦਾ ਕਸੂਰ ਕੱਢ ਰਹੇ ਆ, ਪਰ ਤੁਹਾਨੂੰ ਨਹੀਂ ਲੱਗਦਾ ਵੀ ਸਾਰੇ ਧਰਮ ਇਹੋ ਹੀ ਕਰਦੇ ਆ? ਜੇ ਆਪਣੇ ਸਿੱਖਾਂ ਦਾ ਵੀ ਫੰਕਸ਼ਨ ਹੁੰਦਾ ਵਾ ਤੇ ਆਪਾਂ ਇੰਜ ਫੰਕਸ਼ਨ ਅਟੈਂਡ ਕਰਦੇ ਜਿਵੇਂ ਇਹ ਸਿਰਫ ਸਿੱਖਾਂ ਦਾ ਹੀ ਮੁਲਕ ਆ। ਸੋ ਸਾਰੇ ਇਹ ਧਰਮ ਔਰ ਰਾਜਨੀਤੀ ਨੂੰ ਸਾਰੇ ਹੀ ਆਪਾਂ ਮਿਕਸ ਨਹੀਂ ਕਰਦੇ, ਔਰ ਇੱਥੇ ਫਿਰ ਆਪਾਂ ਹੁਣ ਕਿਉਂ ਨੁਕਸ ਕੱਢਦੇ ਆ? ਨਹੀਂ ਆਪਾਂ ਕੱਢਦੇ ਆ। ਮੈਂ ਤਾਂ ਜਦੋਂ ਸਿੱਖ ਧਰਮ ਵੀ ਸੰਧੂ ਸਾਹਿਬ ਕੋਈ ਵੀ ਕਰਦਾ ਭਾਵੇਂ, ਆਪਾਂ ਤਾਂ ਉਹਦੇ ਵੀ ਉਲਟਾ ਸਿੱਖ ਧਰਮ ਦਾ ਨਾਂ ਦਾ ਪ੍ਰਸ਼ਾਸਨ ਨੂੰ ਤਾਂ ਧਰਮ ਦੇ ਨਾਂ ਤੇ ਆਉਣਾ ਨਹੀਂ ਚਾਹੀਦਾ, ਲੋਕਾਂ ਤੇ ਛੱਡ ਦੇਣਾ ਚਾਹੀਦਾ ਹੈ। ਕਿਉਂਕਿ ਦੇਸ਼ ਤਾਂ ਹੀ ਕਾਮਯਾਬ ਹੋਊਗਾ। ਸੰਧੂ ਸਾਹਿਬ ਵੱਡੀ ਗੱਲ ਇਹ ਆ ਵੀ ਪਹਿਲੀ ਗੱਲ ਹੈ ਬਗਾਵਤ ਵਾਲੀ ਜਗ੍ਹਾ ਹੈ, ਰਾਈਟ? ਇਹ ਪਾਕਿਸਤਾਨ ਆਪਣੇ ਮਸਜਿਦ ਦਾ ਸੀਗਾ ਤੇ ਪ੍ਰਧਾਨ ਮੰਤਰੀ ਨੂੰ ਇੰਨਾ ਇੰਟਰਸਟ, ਇਹਨਾਂ ਨੂੰ ਕੀ ਲੈਣ ਦੀ ਲੋੜ ਹੈ? ਫਿਰ ਮੈਂ ਇਹ ਤਾਂ ਕਹੂੰਗਾ ਧਰਮ ਨੂੰ ਨਾ ਤਾਂ ਰਾਜਨੀਤੀ ਨੂੰ ਗੌਡ ਫੀਰ ਹੋ ਕੇ, ਕਿਉਂਕਿ ਧਰਮ ਤਾਂ ਸਾਰਿਆਂ ਦਾ ਮਤਲਬ ਸਾਰੇ ਚੰਗੇ, ਧਰਮ ਤਾਂ ਸਾਰੇ ਚੰਗੀ ਸਿੱਖਿਆ ਹੀ ਦਿੰਦਾ, ਬਰਾਬਰਤਾ ਦਾ ਸੰਦੇਸ਼ ਦਿੰਦਾ। ਇਹਨਾਂ ਨੂੰ ਗੌਡ ਫੀਰ ਹੋ ਕੇ ਤੇ ਵਿਸ਼ਵਾਸ ਰੱਖ ਕੇ, ਲੋਕਾਂ ਦੇ ਸਾਰੇ ਧਰਮਾਂ ਦਾ ਵਿਸ਼ਵਾਸ ਰੱਖ ਕੇ ਰਾਜਨੀਤੀ ਕਰਨੀ ਚਾਹੀਦੀ ਆ। ਜੇ ਇਸ ਤਰ੍ਹਾਂ ਆਪਾਂ ਕਰਾਂਗੇ ਫਿਰ ਜਿਹੜੇ ਪਛੜੇ ਦੂਜੇ ਧਰਮ ਹੈ ਉਹਨਾਂ ਨੂੰ ਵੀ ਬੜਾਵਾ ਬਰਾਬਰ ਮਿਲਣਾ ਚਾਹੀਦਾ। ਇਹਦਾ ਮਤਲਬ ਫਿਰ ਤਾਂ ਦੂਜੇ ਦਾ ਪਛਤਾਉਣਗੇ ਨਾ ਵੀ ਸਾਡੇ ਅਸੀਂ ਮਿਨੋਰਟੀ ਦੇ ਵਿੱਚ ਸਾਡੇ ਨਾਲ ਇਸ ਤਰ੍ਹਾਂ ਹੋ ਰਿਹਾ। ਇਹ ਕਿਉਂਕਿ ਵੋਟ ਪਰਚੀ ਦਾ ਸਵਾਲ ਹੈ, ਕਿਉਂਕਿ ਵੱਡਾ ਧਰਮ ਹੈ ਹਿੰਦੂ ਤੇ ਜ਼ਿਆਦਾ ਵੋਟਾਂ ਤੇ ਇਸੇ ਕਰਕੇ ਹੋ ਰਿਹਾ। ਸੋ ਇਹ ਮਾੜੀ ਰਵਾਇਤ ਹੈ ਧਰਮ। ਮੈਂ ਕਹੂੰਗਾ ਧਰਮ ਤੇ ਰਾਜਨੀਤੀ ਨੂੰ ਵੱਖਰਾ ਕਰਨ ਦੀ ਬਜਾਏ ਰਾਜਨੀਤੀ ਨੂੰ ਧਰਮ ਤੋਂ ਸਿੱਖਿਆ ਲੈ ਕੇ ਗੋਡ ਫੀਰਿੰਗ ਹੋ ਕੇ ਤੇ ਲੋਕਾਂ ਦਾ ਸਤਿਕਾਰ ਧਰਮ ਦਾ ਕਰਕੇ ਉਹ ਲੋਕਾਂ ਤੱਕ ਛੱਡ ਕੇ ਸਿਆਸਤ ਕਰਨੀ ਚਾਹੀਦੀ ਹੈ, ਤਾਂ ਹੀ ਵਧੀਆ ਸਿਆਸਤ ਹੋਊਗੀ। ਇਹ ਮੇਰੇ ਖਿਆਲ ਧਾਰਨਾ ਵੀ ਰਹੀਆਂ, ਜਿਵੇਂ ਧਰਮ ਨੂੰ ਕੱਟੜਤਾ ਰਹੀ ਹੈ, ਜਿਵੇਂ ਔਰੰਗਜ਼ੇਬ ਲੈ ਲਓ, ਕੋਈ ਵੀ ਰਾਜਾ ਲੈ ਲਓ। ਸੰਧੂ ਸਾਹਿਬ ਜਿਹਨੇ ਵੀ ਰਜੀਵ ਵੰਡ ਦੀ ਕੋਸ਼ਿਸ਼ ਕੀਤੀ ਆ ਉਹ ਦੇਸ਼ ਦਾ ਨੁਕਸਾਨ ਹੀ ਹੋਇਆ। ਉੱਥੇ ਕਦੇ ਵੀ ਵਿਕਾਸ ਨਹੀਂ ਹੋਇਆ ਕਿਸੇ ਵੀ ਦੇਸ਼ ਦਾ। ਤੁਸੀਂ ਲੈ ਲਓ ਜਿੱਥੇ ਕੱਟੜਤਾ ਇਸ ਤਰ੍ਹਾਂ ਦੀ ਆਈ ਹੈ, ਜਦੋਂ ਖਾਸ ਕਰਕੇ ਪ੍ਰਸ਼ਾਸਨ ਹੈ ਜਿਹੜਾ ਇਹਦੇ ਵਿੱਚ ਆਪਦੀਆਂ ਰੁਚੀਆਂ ਰੱਖਣ ਲੱਗ ਜੇ, ਉਦੋਂ ਧਰਮ ਤੱਕ ਕੱਟੜਤਾ ਆ ਜਾਂਦੀ ਹੈ ਤੇ ਦੂਜੇ ਸਿਕਿਉਰ ਨਹੀਂ ਫੀਲ ਕਰਦੇ ਜਿਹੜੇ ਮਿਨੋਰਟੀ ਵਾਲੇ ਆ। ਧਰਮ ਦੇ ਨਾਂ ਤੇ ਭਾਵੇਂ ਸਟੇਟ 'ਚ ਆ ਭਾਵੇਂ ਕਿਸੇ ਵੀ ਧਰਮ ਦਾ, ਉਹ ਤੇ ਜਿਹੜੀ ਸਿਆਸਤ ਹੋ ਕੇ ਦਖਲਅੰਦਾਜ਼ੀ ਕਰਨੀ, ਲੋਕਾਂ ਦੇ ਵਿੱਚ ਆਉਣਾ, ਉਹ ਮਤਲਬ ਵੀ ਬਹੁਤ ਮਾੜੀ ਗੱਲ ਹੈ। ਮੈਂ ਕਹੂੰ ਮਿਹਰਬਾਨੀ ਸ਼ੇਰ ਸਿੰਘ ਜੀ। ਕਾਫੀ ਫੇਸਬੁੱਕ ਦੇ ਉੱਪਰ ਕਮੈਂਟ ਆਏ ਆ। ਮਿਸਕੀ ਗੁਪਤਾ ਕਹਿ ਰਹੇ ਨੇ ਸੰਧੂ ਸਾਹਿਬ ਇਹ ਗੱਲ ਜ਼ਰੂਰ ਦੱਸ ਦੇਣਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਰਮਾਇਣ ਲਿਖੀ ਹੈ। ਬਿਲਕੁਲ ਨਹੀਂ ਜੀ, ਰਮਾਇਣ ਵਾਲਮੀਕੀ ਨੇ ਲਿਖੀ, ਆਪਾਂ ਸਭ ਨੂੰ ਪਤਾ ਵਾ, ਔਰ ਇਹਦੇ ਤੇ ਪਤਾ ਨਹੀਂ ਤੁਸੀਂ ਕਿਉਂ ਇਹ ਪੁੱਛ ਰਹੇ ਜੀ, ਇਹੋ ਜਿਹਾ ਕੋਈ ਵਿਵਾਦ ਨਹੀਂ। ਅਰਸ਼ਦੀਪ ਬਾਜਵਾ ਕਹਿ ਰਹੇ ਨੇ ਕਿ ਮੁਸਲਿਮ ਭਾਈਚਾਰੇ ਨੇ ਜਿਵੇਂ ਚੁੱਪੀ ਸਾਧੀ ਆ ਜਾਂ ਰਿਐਕਟ ਨਹੀਂ ਕੀਤਾ, ਉਹ ਸ਼ਲਾਘਾਯੋਗ ਆ। ਇਹ ਉਹਨਾਂ ਦਾ ਵਿਚਾਰ ਆ। ਮੀਨਵਾਈਲ ਅਮਰਿੰਦਰ ਸਿੰਘ ਦਿਓਲ ਕਹਿ ਰਹੇ ਨੇ ਕਿ ਟਾਈਮਿੰਗ ਗਲਤ ਸੀ। ਇਸ ਵੇਲੇ ਮੁਲਕ ਕੋਵਿਡ-19 ਨਾਲ ਜੂਝ ਰਿਹਾ ਵਾ। ਗਰੀਬਾਂ ਕੋਲ ਕੋਵਿਡ ਨਾਲ ਲੜਨ ਨੂੰ ਪੈਸਾ ਹੈ ਨਹੀਂ, ਰਾਸ਼ਨ ਹੈ ਨਹੀਂ, ਨੌਕਰੀਆਂ ਚਲੀਆਂ ਗਈਆਂ, ਔਰ ਆਪਾਂ ਇਸ ਵੇਲੇ ਇਸ ਕੰਮ ਦੇ ਵਿੱਚ ਪੈ ਗਏ ਹਾਂ। ਸੋ ਟਾਈਮਿੰਗ ਦੇ ਉੱਤੇ ਸਵਾਲ ਚੁੱਕ ਰਿਹਾ। ਗੁਰਿੰਦਰਪਾਲ ਸਿੰਘ, ਗੁਰਿੰਦਰ ਘੁੰਮਣ, ਕਰਨਲ ਗੁਰਿੰਦਰ ਘੁੰਮਣ ਦਾ ਵੀ ਕਮੈਂਟ ਆਇਆ ਵਾ। ਉਹ ਕਹਿ ਰਹੇ ਨੇ ਕਿ ਰਿਲੀਜਨ ਤੇ ਪੋਲੀਟਿਕਸ ਸਿਨੋਨਿਮਸ ਨੇ, ਕੈਨੋਟ ਬੀ ਸੈਪਰੇਟਡ, ਵਨ ਸ਼ੁੱਡ ਐਕਸੈਪਟ ਸੱਚ ਪ੍ਰੈਕਟਿਸਿਸ। ਇਹ ਕਰਨਲ ਗੁਰਿੰਦਰ ਘੁੰਮਣ ਦਾ ਖਿਆਲ ਆ। ਬਹੁਤ ਲੋਕੀ ਇਹ ਕਹਿੰਦੇ ਆ ਵੀ ਧਰਮ ਤੋਂ ਸੇਧ ਲੈ ਕੇ ਸਾਨੂੰ ਸਿਆਸਤ ਕਰਨੀ ਚਾਹੀਦੀ ਹੈ। ਕਹਿਣਾ ਸੌਖਾ, ਇਹ ਹੋ ਨਹੀਂ ਸਕਦਾ। ਯੂਰਪ 14ਵੀਂ 15ਵੀਂ 16ਵੀਂ ਸਦੀ 'ਚ ਇਸੇ ਤਰ੍ਹਾਂ ਹੀ ਕਰਦਾ ਰਿਹਾ, ਲੇਕਿਨ ਉਹਨਾਂ ਨੇ ਸਬਕ ਲਿਆ ਕਿ ਧਰਮ ਤੇ ਸਿਆਸਤ ਇਕੱਠੀ ਨਹੀਂ ਚੱਲ ਸਕਦੀ, ਇੱਕ ਦੂਜੇ 'ਚ ਦਖਲਅੰਦਾਜ਼ੀ ਹੁੰਦੀ ਆ। ਬਾਕੀ ਜਿਹੜੇ ਵਰਗ ਨੇ ਉਹਨਾਂ ਦੇ ਵਿੱਚ ਇਨਸਿਕਿਉਰਿਟੀ ਪੈਦਾ ਹੁੰਦੀ ਆ। ਹੌਲੀ ਹੌਲੀ ਉਹਨਾਂ ਨੇ ਫਿਰ ਇਹਨਾਂ ਨੂੰ ਅੱਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ
ਇਹ ਇੱਕ ਬੜਾ ਵੱਡਾ ਸਵਾਲ ਹੈ ਅੱਜ ਵੀ ਇਹਦੇ ਤੇ ਖਾਸ ਕਰਕੇ ਇੰਡੀਆ ਦੇ ਵਿੱਚ ਇਹ ਇੱਕ ਮਸਲਾ ਜਿਹੜਾ ਵਾ ਉਹ ਚੱਲ ਰਿਹਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਰਾਮ ਸ਼ਰਮਾ ਜੀ। ਸੰਧੂ ਸਾਹਿਬ ਦਰਅਸਲ ਗੱਲ ਇਹ ਆ ਕਿ ਇਹ ਜੋ ਕੁਝ ਹੋਇਆ ਨਾ ਅੱਜ, ਇਹ ਇੱਕ ਹਿਸਾਬ ਨਾਲ ਦੇਖਿਆ ਜਾਵੇ ਤਾਂ ਜੇ ਆਪਾਂ ਪਿਛਲੇ ਮੁਸਲਮਾਨੀ ਅਤਿਆਚਾਰਾਂ ਨੂੰ ਦੇਖੀਏ, ਮੁਸਲਮਾਨਾਂ ਨੇ ਆਪਦੇ ਟਾਈਮ ਦੇ ਵਿੱਚ ਜਦੋਂ ਇਨਪਾਵਰ ਸੀਗੇ, ਤੁਸੀਂ ਇਹ ਦੇਖੋ ਕਿ ਇਹਨਾਂ ਨੇ ਹਿੰਦੂ ਮੰਦਰਾਂ ਤੇ ਹੋਰ ਸਥਾਨਾਂ ਨੂੰ ਲੁੱਟਿਆ ਵੀ ਆ ਤੇ ਉਹਨਾਂ ਦੀ ਬੇਅਦਬੀਆਂ ਵੀ ਕੀਤੀਆਂ ਜਿੰਨੀਆਂ ਉਹਨਾਂ ਤੋਂ ਹੋ ਸਕੀਆਂ। ਔਰ ਜੇ ਰਾਮ ਸ਼ਰਮਾ ਜੀ ਇੱਕ ਮਿੰਟ, ਰਾਮ ਸ਼ਰਮਾ ਜੀ, ਮੁਸਲਮਾਨਾਂ ਨੇ ਨਹੀਂ, ਜਿਹੜੇ ਉਹਨਾਂ ਦੇ ਬਾਦਸ਼ਾਹ ਸੀ ਉਸ ਵੇਲੇ ਦੇ ਸਮਰੱਥ ਹੈ ਜੀ। ਅੱਜ ਕੱਲ ਦੂਸਰੀ ਗੱਲ ਕਿ ਜਿਸ ਤਰੀਕੇ ਨਾਲ ਉਹਦਾ ਉਦਘਾਟਨ ਕੀਤਾ ਗਿਆ, ਕਿਉਂ ਜੇ ਇਹ ਰਾਮ ਮੰਦਿਰ ਹੈ ਤਾਂ ਇਹਦਾ ਸੰਬੰਧ ਹੈ ਜਿਹੜਾ ਉਹ ਰਿਸ਼ੀਆਂ ਮੁਨੀਆਂ ਸਾਧੂ ਸੰਤਾਂ ਨਾਲ ਚਾਹੀਦਾ ਸੀ, ਜਿਹੜੇ ਕਿ ਤਪਸਵੀ ਲੋਕ ਹੈ, ਬਹੁਤ ਥਾਈਂ ਬੈਠੇ ਆ ਹੈਗੇ ਆ, ਔਰ ਇਹੀ ਲੋਕ ਉਹਨਾਂ ਨੂੰ ਜਾ ਕੇ ਮੱਥਾ ਟੇਕਦੇ ਆ। ਪਰ ਉਹਦਾ ਨੀਂਹ ਪੱਥਰ ਰੱਖਣ ਵਾਸਤੇ ਅੱਜ ਜਿਹੜਾ ਮੋਦੀ ਸਾਹਿਬ ਨੇ ਆਪ ਪੇਸ਼ ਧਾਰਿਆ ਜਿਹੜਾ ਹੈਗਾ, ਇਹ ਇਹਨਾਂ ਨੇ ਸਿਰਫ ਜਿਹੜੀ ਵੋਟ ਕੈਸ਼ ਕਰਨ ਦੀ ਜਿਹੜੀ ਪਲਾਨ ਹੈਗੀ ਆ ਉਹ ਬਣਾਈ ਆ ਕਿ ਮੈਨੂੰ ਵੋਟ ਕੈਸ਼ ਹੈ ਜਿਹੜੀ ਉਹ ਹੋ ਸਕੇ। ਯੋਗੀ ਜੀ ਉਹਦੇ ਨਾਲ ਸੀਗੇ ਔਰ ਇਹੀ ਕੁਛ ਇਹ ਇਹਨਾਂ ਨੇ ਕੀਤਾ। ਤੁਸੀਂ ਕੁਛ ਕਹਿ ਰਹੇ ਜੀ? ਨਹੀਂ, ਠੀਕ ਹੈ, ਆਪਣੀ ਗੱਲ ਕਹੋ ਪੂਰੀ। ਹਾਂਜੀ, ਇਹੀ ਕੁਛ ਇਹਨਾਂ ਨੇ ਕੀਤਾ। ਔਰ ਤੁਸੀਂ ਦੂਸਰੀ ਗੱਲ ਇਹ ਦੇਖੋ ਕਿ ਇਹ ਹੁਣ ਕਲਯੁਗ ਹੈ ਜੀ। ਕਲਯੁਗ ਦੇ ਵਿੱਚ ਜੇ ਰਾਮ ਮੰਦਿਰ ਬਣ ਰਿਹਾ ਨਾ, ਇਹਦੇ 'ਚ ਲੱਖਾਂ ਕਰੋੜਾਂ ਰੁਪਏ ਦੇ ਘਪਲੇ ਹੋਣਗੇ। ਦਾਨੀ ਲੋਕ ਆ ਜਿਹੜੇ ਦਾਨ ਕਰਨਗੇ ਤੇ ਜਿਹੜੇ ਖਾਣ ਵਾਲੇ ਲੋਕ ਆ ਉਹ ਖਾਣਗੇ, ਤੇ ਇਹਦੇ ਵਿੱਚ ਜਿਹੜੇ ਹੈਗੇ ਆ ਕਈ ਸਵਾਲ ਹੋਰ ਉੱਠਣਗੇ, ਕਿੰਨਾ ਚਿਰ ਇਹਨੂੰ ਕੰਪਲੀਟ ਕੀਤਾ ਜਾਂਦਾ, ਕੀ ਕਰਦਾ। ਔਰ ਰਾਮ ਰਾਜ ਦਾ ਤਾਂ ਨਾਂ ਹੀ ਲਿਆ ਜਾਣਾ ਜੀ। ਹੁਣ ਆਉਣਾ ਇੱਥੇ ਹੈ ਨਹੀਂਗਾ, ਆਉਣਾ ਤਾਂ ਹੋਣਾ ਜਿਹੜੀ ਇੱਕ ਦੇ ਹਿਸਾਬ ਨਾਲ ਕਿਸੇ ਟਾਈਪ ਦਾ ਯੁੱਧ ਹੈ ਜਿਹੜਾ ਉਹ ਹਿੰਦੁਸਤਾਨ ਦੇ ਵਿੱਚੋਂ ਬੜਾ ਦੂਰ ਨਹੀਂਗਾ। ਔਰ ਇਹ ਹਾਲਾਤ ਆ ਜਿਹੜੇ ਛੇਤੀ ਵਿਗੜ ਜਾਣਗੇ। ਥੈਂਕ ਯੂ ਵੈਰੀ ਮੱਚ। ਮਿਹਰਬਾਨੀ ਰਾਮ ਸ਼ਰਮਾ ਜੀ। ਕਹਿ ਰਹੇ ਨੇ ਕਿ ਇਹਦੀ ਉਸਾਰੀ ਦਾ ਕੰਮ ਜਿਹੜਾ ਵਾ ਰਿਸ਼ੀਆਂ ਮੁਨੀਆਂ ਤੋਂ ਕਰਾਉਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਨੂੰ ਬਤੌਰ ਪ੍ਰਧਾਨ ਮੰਤਰੀ ਇਹਦੇ 'ਚ ਹਿੱਸਾ ਨਹੀਂ ਸੀ ਲੈਣਾ ਚਾਹੀਦਾ। ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਵਾਂ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਲਾਰਡ ਰਾਮ ਦਾ ਸਾਡੀ ਸੱਭਿਅਤਾ ਦੇ ਵਿੱਚ ਇੱਕ ਬਹੁਤ ਵੱਡੀ ਦੇਣ ਆ, ਔਰ ਸਾਡੀ ਉਹ ਸੱਭਿਅਤਾ ਦਾ ਇੱਕ ਤਰੀਕੇ ਦਾ ਪ੍ਰਤੀਕ ਨੇ। ਔਰ ਕਰੀਬ ਪਿਛਲੀਆਂ ਜਦੋਂ ਤੋਂ ਆਪਾਂ ਰਾਮ ਰਮਾਇਣ ਦੀ ਗੱਲ ਸੁਣਦੇ ਆਏ ਆ, ਉਦੋਂ ਤੋਂ ਕਰੀਬ ਸਾਰੇ ਧਰਮ ਦੇ ਲੋਕ ਜਿਹੜੇ ਆ ਉਹ ਭਗਵਾਨ ਰਾਮ ਦੀ ਬੇਹੱਦ ਇੱਜ਼ਤ ਕਰਦੇ ਆ। ਸਵਾਲ ਸਿਰਫ ਜਿਸ ਤਰੀਕੇ ਨਾਲ ਫੰਕਸ਼ਨ ਉਸਾਰਿਆ ਗਿਆ ਉਹਦੀ ਗੱਲ ਹੋ ਰਹੀ ਆ, ਹੋਰ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਨੀ ਬਣਦੀ। ਮੀਨਵਾਈਲ ਮਿਸਕੀ ਗੁਪਤਾ ਹੁਣਾਂ ਦਾ ਖਿਆਲ ਹੈ ਕਿ ਉਹ ਕਹਿ ਰਹੇ ਨੇ ਕਿ ਕੋਈ ਧਰਮ ਨਹੀਂ ਸਿਖਾਉਂਦਾ ਦੂਜੇ ਨਾਲ ਵੈਰ ਰੱਖਣਾ, ਲੇਕਿਨ ਧਰਮ ਨੂੰ ਅਸੀਂ ਮਿਸਯੂਜ਼ ਕਰਕੇ ਅਸੀਂ ਲੜਾਈ ਝਗੜੇ ਆਮ ਤੌਰ ਤੇ ਕਰਦੇ ਹਾਂ। ਰਾਣਾ ਪਰਮਜੋਤ ਕਹਿ ਰਹੇ ਨੇ ਰਾਮ ਮੰਦਿਰ ਇਸ ਸਥਾਨ ਤੇ ਕਦੀ ਨਹੀਂ ਸੀ ਬਣਿਆ। ਰਾਣਾ ਪਰਮਜੋਤ ਜੀ, ਇਹ ਮਸਲਾ ਹੁਣ ਸੁਪਰੀਮ ਕੋਰਟ ਨੇ ਡਿਸਾਈਡ ਕਰਤਾ, ਪਰ ਸੁਪਰੀਮ ਕੋਰਟ ਦਾ ਇਹ ਠੀਕ ਹੈ ਗੱਲ ਵੀ ਫੈਸਲਾ ਜਿਹੜਾ ਵਾ ਉਹ ਬੜਾ ਵਿਵਾਦਿਕ ਫੈਸਲਾ ਸੀ, ਕੰਟਰੋਵਰਸ਼ੀਅਲ ਫੈਸਲਾ ਸੀ। ਉਹਨਾਂ ਨੇ ਕਿਹਾ ਕਿ ਜਿਹੜਾ ਮੌਸਕ ਦੀ ਡਿਮੋਲੀਸ਼ਨ ਸੀ 1992 ਦੇ ਵਿੱਚ, ਜਿਹਦੇ ਤੋਂ ਬਾਅਦ ਬਹੁਤ ਸਾਰੇ ਦੰਗੇ ਹੋਏ, ਉਹ ਗਲਤ ਸੀ, ਲੇਕਿਨ ਉੱਥੇ ਹੁਣ ਰਾਮ ਮੰਦਿਰ ਬਣਨਾ ਚਾਹੀਦਾ ਵਾ, ਰਾਮ ਜਨਮ ਭੂਮੀ ਮੰਦਿਰ ਬਣਨਾ ਚਾਹੀਦਾ। ਸੋ ਇੱਕ ਤਰੀਕੇ ਨਾਲ ਕੰਟਰਡਿਕਸ਼ਨ ਆ ਉਹਦੇ ਵਿੱਚ ਬਹੁਤ ਵੱਡੀ। ਅਰਸ਼ਦੀਪ ਬਾਜਵਾ ਮੁਸਲਮਾਨ ਤੋਂ ਮੁਸਲਮਾਨਾਂ ਤੇ ਮੁਗਲਾਂ ਦੇ ਵਿੱਚ ਬਹੁਤ ਅੰਤਰ ਆ, ਇਹ ਸ਼ਾਇਦ ਰਿਐਕਟ ਕਰ ਰਹੇ ਨੇ ਅਰਸ਼ਦੀਪ ਬਾਜਵਾ ਰਾਮ ਸ਼ਰਮਾ ਦੇ ਕਮੈਂਟ ਤੇ ਕਿ ਜੋ ਕੁਝ ਹੋਇਆ, ਜੇ ਮੰਦਿਰ ਢਾਏ ਗਏ ਤੇ ਇਹ ਮੁਸਲਮਾਨਾਂ ਨੇ ਨਹੀਂ ਢਾਏ, ਇਹ ਉਸ ਵੇਲੇ ਦੀ ਜਿਹੜੀ ਹਕੂਮਤ ਸੀ, ਬਾਦਸ਼ਾਹ ਸੀ, ਉਹਨਾਂ ਨੇ ਇਹ ਕੰਮ ਕੀਤਾ। ਕੋਈ ਧਰਮ ਜਿਹੜਾ ਵਾ, ਧਰਮ ਦੇ ਲੋਕ ਜਿਹੜੇ ਨੇ ਉਹ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੁੰਦੇ। ਮਿਸਕੀ ਗੁਪਤਾ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਰਾਮਾਇਣ ਲਿਖੀ ਹੈ, ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਕਿਹਾ ਹੈ ਆਪਣੇ ਸੰਬੋਧਨ ਦੇ ਵਿੱਚ। ਮੇਰਾ ਨਹੀਂ ਖਿਆਲ ਮਿਸਕੀ ਗੁਪਤਾ ਜੀ ਉਹਨਾਂ ਨੇ ਇਸ ਤਰੀਕੇ ਨਾਲ ਇਹ ਗੱਲ ਕੀਤੀ ਹੈ। ਉਹਨਾਂ ਨੇ ਰੈਫਰੈਂਸ ਜ਼ਰੂਰ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਆ, ਗੁਰੂ ਨਾਨਕ ਦੀ ਵੀ ਰੈਫਰੈਂਸ ਦਿੱਤੀ ਆ, ਲੇਕਿਨ ਇਸ ਤਰ੍ਹਾਂ ਜਿਵੇਂ ਤੁਸੀਂ ਕਹਿ ਰਹੇ ਨੇ ਇਹ ਗੱਲ ਉਹਨਾਂ ਨੇ ਨਹੀਂ ਕੀਤੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰਾਮ ਜਿਹੜਾ ਸ਼ਬਦ ਆ ਉਹਦਾ ਦੁਬਾਰਾ ਬਾਰ-ਬਾਰ ਜ਼ਿਕਰ ਆਉਂਦਾ ਵਾ। ਜੱਗਾ ਸਿੰਘ ਸਾਡੇ ਕੰਮ ਦੀ ਔਰ ਤਾਰੀਫ ਕਰ ਰਹੇ ਨੇ। ਜੱਸੀ ਕੁਲਾਰ ਵੀ ਸਾਡੇ ਨਾਲ ਜੁੜ ਗਏ ਨੇ। ਬੇਅੰਤ ਕੇ ਸਿੰਘ ਵੀ ਇਸ ਵੇਲੇ ਸਾਡੇ ਨਾਲ ਜੁੜ ਗਏ ਨੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਰਮਜੋਤ। ਹਾਂਜੀ ਰਾਮ ਸ਼ਰਮਾ ਜੀ ਕਹਿ ਰਹੇ ਸੀਗੇ ਵੀ ਇਹਦਾ ਉਦਘਾਟਨ ਕਰਨਾ ਚਾਹੀਦਾ ਹੈਗਾ ਰਿਸ਼ੀਆਂ ਮੁਨੀਆਂ ਨੂੰ। ਮੇਰੇ ਹਿਸਾਬ ਨਾਲ ਇਹਦਾ ਉਦਘਾਟਨ ਕਰਾਉਣਾ ਚਾਹੀਦਾ ਸੀਗਾ ਲਾਲ ਕ੍ਰਿਸ਼ਨ ਅਡਵਾਨੀ ਤੋਂ ਜੀ। ਹਾਂ
ਜਿਨ੍ਹਾਂ ਨੇ ਇਹ ਮਤਲਬ ਕਿ ਇਹ ਮੁੱਦਾ ਸ਼ੁਰੂ ਕਰਕੇ ਆਪਣੀ ਬੀਜੇਪੀ ਦੀ ਸਿਆਸਤ ਚਮਕਾਉਣ ਵਾਸਤੇ, ਜਿਹੜੀ ਕਿ ਕਿਸੇ ਵੇਲੇ ਹਾਸ਼ੀਏ ਤੇ ਸੀਗੀ ਜੀ 90ਵੇਂ ਦਹਾਕੇ ਦੇ ਵਿੱਚ, ਤੇ ਉਹਨਾਂ ਦਾ ਇਹ ਉਦਮ ਸੀਗਾ ਇਹਦਾ ਅਡਵਾਨੀ ਉਹਨਾਂ ਦਾ ਵੀ ਰਾਮ ਮੰਦਿਰ ਦਾ ਮੁੱਦਾ ਲੈ ਕੇ ਤੇ ਇੱਥੇ ਤੱਕ ਬੀਜੇਪੀ ਅਗਰ ਪਹੁੰਚੀ ਹੈ ਜੀ। ਯਾਨੀ ਮੇਰਾ ਕਹਿਣ ਦਾ ਭਾਵ ਹੈ ਵੀ ਬੈਸਟ ਪਰਸਨ ਇਹਦੇ ਉਦਘਾਟਨ ਵਾਸਤੇ ਸੀਗਾ ਆਪਣੇ ਅਡਵਾਨੀ ਜੀ। ਬਿਲਕੁਲ ਪਰਮਜੋਤ ਕਦਰ ਨਹੀਂ ਕਰਦੇ ਆਪਣੀ ਪਾਰਟੀ ਦੇ ਲੀਡਰਾਂ ਦੀ ਜੀ। ਪਰਮਜੋਤ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ, ਕਿਉਂਕਿ ਇਹ ਜਦੋਂ ਰੱਥ ਯਾਤਰਾ LK ਅਡਵਾਨੀ ਨੇ ਸ਼ੁਰੂ ਕੀਤੀ, ਜਿਹਦਾ ਨਰਿੰਦਰ ਮੋਦੀ ਹਿੱਸਾ ਸੀਗੇ, ਇਹ ਔਰ ਉਦੋਂ ਤੋਂ ਇਹ ਸ਼ੁਰੂਆਤ ਹੋਈ। ਕਰੀਬ ਆਲਮੋਸਟ 40 ਦਿਨ ਦੀ ਰੱਥ ਯਾਤਰਾ ਸੀ ਜਿਹੜੀ LK ਅਡਵਾਨੀ ਨੇ ਮੁਲਕ ਦੇ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਕੱਢੀ ਸੀ ਜੀ। ਹਾਂਜੀ, ਸੈਕੰਡ ਪੁਆਇੰਟ ਹੈ ਜਿਹੜਾ ਇਹ ਆ ਰਿਹਾ ਨਾ, ਆਪਣੇ ਮਿਸਕੀ ਗੁਪਤਾ ਹੁਣੀ ਕਹਿ ਰਹੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਰਮਾਇਣ ਲਿਖੀ ਹੈਗੀ ਆ। ਇਹ ਮੋਦੀ ਦੇ ਭਾਸ਼ਣ ਦੇ ਵਿੱਚ ਇਹਨੇ ਬਕਾਇਦਾ ਕਿਹਾ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਈ ਲਿਖੀ ਹੈਗੀ ਆ, ਯਾਨੀ ਪੰਜਾਬੀ 'ਚ ਮੈਂ ਤਰਜਮਾ ਕਰ ਰਿਹਾ, ਗੋਬਿੰਦ ਰਾਮਾਇਣ ਲਿਖੀ ਹੈ ਜੀ। ਓਕੇ, ਇਹ ਮੋਦੀ ਦੇ ਸ਼ਬਦ ਨੇ ਭਾਸ਼ਣ ਦੇ ਵਿੱਚ ਜੀ। ਨਹੀਂ, ਪਰ ਇਹ ਤੇ ਕੋਈ ਮੇਰੇ ਖਿਆਲ ਹਿਸਟੋਰੀਕਲੀ ਇਤਿਹਾਸਿਕ ਤੌਰ ਤੇ ਇਹ ਤੇ ਕੋਈ ਸੱਚਾਈ ਨਹੀਂ ਇਹਦੇ 'ਚ। ਬਈ ਹੁਣ ਝੂਠੇ ਬੋਲਦੇ ਆ ਜੀ ਮੋਦੀ ਹੁਣੀ। ਹੁਣ ਕਦੇ ਇਹ ਤਖਸ਼ਿਲਾ ਨੂੰ ਲੈ ਆਉਂਦੇ ਨੇ ਬਿਹਾਰ ਦੇ ਵਿੱਚ, ਕਦੇ ਕਹਿੰਦੇ ਨੇ ਭਗਤ ਕਬੀਰ ਤੇ ਗੁਰੂ ਨਾਨਕ ਦੇਵ ਇੱਕੋ ਟਾਈਮ ਤੇ ਇਕੱਠੇ ਹੋਏ ਨੇ ਬਾਬਾ ਗੋਰਖਨਾਥ ਦੇ ਨਾਲ। ਉਹ ਹਾਲਾਂਕਿ ਉਹਨਾਂ ਦਾ ਜਿਹੜਾ ਕਾਲ ਹੈਗਾ ਜ਼ਿੰਦਗੀ ਦਾ ਉਹ ਅਲੱਗ ਹੈ ਜੀ ਤਿੰਨਾਂ ਦਾ। ਜੀ ਜੀ ਬਿਲਕੁਲ ਠੀਕ ਹੈ। ਤੇ ਇਹ ਮਤਲਬ ਸੰਧੂ ਸਾਹਿਬ ਇਹਦੇ ਨਾਲ ਜਿਹੜੀ ਐਡੀ ਕੰਟਰੋਵਰਸ਼ੀਅਲ ਇਸ਼ੂ ਹੋਵੇ ਤੇ ਜਿਵੇਂ ਹੁਣ ਇਹਦੇ ਆਪਣੇ ਬਾਬਰੀ ਮਸਜਿਦ ਬਣਦੀ ਆ 1992 ਦੇ ਵਿੱਚ, ਢੈਂਦੀ ਆ ਤੇ ਉਸ ਤੋਂ ਬਾਅਦ ਬੰਬੇ ਦੇ ਵਿੱਚ ਦੰਗੇ ਵੀ ਹੁੰਦੇ ਨੇ। ਤੇ ਉਹ ਦੰਗਿਆਂ ਦੇ ਵਿੱਚ ਦੇਖੋ ਅਡਵਾਨੀ ਹੋਣੀ ਮੀਨਸ ਜਿਨ੍ਹਾਂ ਨੇ ਉੱਥੇ ਭੰਨ ਤੋੜ ਕੀਤੀ, ਉੱਥੇ ਬੰਦੇ ਵੀ ਮਾਰੇ ਗਏ, ਉਹ ਅੱਜ ਵੀ ਦੇ ਆਰ ਸਕਾਟ ਫ੍ਰੀ। ਤੇ ਉਹ ਸੰਜੇ ਦੱਤ ਵਰਗੇ ਜਾਂ ਹੋਰ ਜਿਹੜੇ ਆਹ ਟਾਈਗਰ ਮੈਨਨ ਦਾਊਦ ਇਬਰਾਹਿਮ, ਇਹ ਸਾਰੇ ਭਗੌੜੇ ਹੋਏ ਆ ਜੀ। ਇਹਨਾਂ ਨੂੰ ਤਾਂ ਸਜ਼ਾਵਾਂ ਜਾਨੀ ਮਿਲ ਗਈਆਂ ਜਿਨ੍ਹਾਂ ਨੂੰ ਮਿਲਣੀਆਂ ਸੀਗੀਆਂ। ਤੇ ਇਹ ਜਿਹੜਾ ਇਹਨਾਂ ਨੇ ਉੱਥੇ ਗੁੰਡਾਗਰਦੀ ਕੀਤੀ ਆ 6 ਦਸੰਬਰ 1992 ਨੂੰ, ਉਹਦਾ ਹਾਲੇ ਤੱਕ ਕਿਸੇ ਨੂੰ ਕੋਈ ਇਨਸਾਫ ਨਹੀਂ ਜੀ। ਪਰਮਜੋਤ ਕੰਟਰੋਵਰਸ਼ੀਅਲ ਇੱਕ ਵਿਸ਼ਾ ਹੈ ਜੀ ਇਹ। ਤੇ ਇਹਦੇ ਨਾਲ ਕੋਈ ਰਾਮ ਰਾਜ ਆਉਣਾ, ਤੇ ਰਾਮ ਰਾਜ ਅਗਰ ਮੋਦੀ ਹੁਣੀ ਹੋਣਗੇ ਤਾਂ ਉਦੋਂ ਰਾਮ ਰਾਜ ਆ ਹੀ ਨਹੀਂ ਸਕਦਾ ਜੀ ਇੰਡੀਆ ਦੇ ਵਿੱਚ। ਇਹ ਦੱਸੋ ਪਰਮਜੋਤ ਤੁਹਾਡੇ ਵਿਚਾਰ 'ਚ, ਕਿਉਂਕਿ ਤੁਸੀਂ ਪੋਲੀਟੀਕਲੀ ਕਾਫੀ ਤੁਹਾਡੀ ਸੋਚ ਲਾਈਵ ਆ, ਤੁਹਾਨੂੰ ਕੀ ਲੱਗਦਾ ਵਾ ਵੀ ਇਹ ਜਿਸ ਤਰ੍ਹਾਂ ਨਾਲ ਇਹ ਉਸਾਰੀ ਕੱਲ ਸ਼ੁਰੂ ਹੋਈ ਆ ਰਾਮ ਜਨਮ ਭੂਮੀ ਮੰਦਿਰ ਦੀ, ਇਹਦੇ ਨਾਲ ਤੁਹਾਨੂੰ ਲੱਗਦਾ ਵੀ BJP ਨੂੰ ਸਿਆਸੀ ਤੌਰ ਤੇ ਬਹੁਤ ਵੱਡਾ ਫਾਇਦਾ ਹੋਊ? ਕਿਉਂਕਿ 2022 ਦੇ ਵਿੱਚ UP ਦੀਆਂ ਚੋਣਾਂ ਹੋਣੀਆਂ ਤੇ 2024 ਜਦੋਂ ਇਹ ਮੰਦਿਰ ਦੀ ਉਸਾਰੀ ਕੰਪਲੀਟ ਹੋਣੀ ਆ ਉਦੋਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ। ਬਿਲਕੁਲ ਫਾਇਦਾ ਹੋਏਗਾ ਜੀ, ਇਹ ਮੇਨ ਮੁੱਦਾ ਹੋਏਗਾ। ਦੇਖੋ ਅੱਜ ਨੀਂਹ ਪੱਥਰ ਧਰਤਾ ਹੋਇਆ 2020 ਦੇ ਵਿੱਚ, ਤੇ 2024 ਤੋਂ ਪਹਿਲਾਂ ਇਹ ਕੰਪਲੀਟ ਹੋ ਜਾਣਾ ਆ, ਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਥੋੜਾ ਬਹੁਤ ਇਹਦਾ ਪਾਰਟ ਪੂਰਾ ਕਰਕੇ ਤੇ UP ਵਾਲਿਆਂ ਨੂੰ ਖੁਸ਼ ਕਰ ਦੇਣਗੇ ਜੀ। ਤੇ ਕਲੀਅਰ ਕੱਟ ਹੈ ਜੀ, ਅਗਲਾ ਜਿਹੜਾ ਇਹਦਾ ਕਾਰਡ ਹੈਗਾ ਇਲੈਕਸ਼ਨ ਕਾਰਡ, ਇਹ ਰਾਮ ਮੰਦਿਰ ਹੋਣ ਵਾਲਾ ਜੀ, ਇੱਕ ਅੱਧਾ ਪੁਲਵਾਮਾ ਹੋਰ ਹੋ ਜਾਊਗਾ ਜੀ। ਉਦੋਂ ਕਲੀਅਰ ਕੱਟ ਫਾਇਦਾ ਇਹਦਾ BJP ਲਏਗੀ ਜੀ। ਤੇ ਦੂਸਰੀ ਗੱਲ ਇਹ ਆ ਕਿ ਕੀ ਧਰਮ ਤੇ ਸਿਆਸਤ ਇਕੱਠੇ ਚੱਲ ਸਕਦੇ ਆ, ਚੱਲਣਾ ਚਾਹੀਦਾ ਵਾ? ਜੋ ਧਰਮ ਤੇ ਸਿਆਸਤ ਇਕੱਠੇ ਚੱਲਣ ਦਾ ਕਨਸੈਪਟ ਆਪਾਂ ਸਿੱਖੀਜ਼ਮ 'ਚ ਸਮਝਦੇ ਹਾਂ ਸੰਧੂ ਸਾਹਿਬ, ਪਰ ਜੋ ਅਕਾਲੀਆਂ ਦੀ ਸਿਆਸਤ ਦੇਖੀ ਆ ਧਰਮ ਤੇ ਸਿਆਸਤ ਇਕੱਠੀ ਚੱਲਣੀ, ਬਿਲਕੁਲ ਨਹੀਂ ਚੱਲਣਾ ਚਾਹੀਦਾ ਜੀ। ਔਰ ਇਹਦੇ ਜਿਹੜਾ ਉਲਟ ਹੈਗਾ ਨਹੀਂ ਚੱਲਣਾ ਚਾਹੀਦਾ, ਉਹਦੇ ਰਿਜ਼ਲਟ ਕਿਤੇ ਬਿਹਤਰ ਆਏ ਨੇ, ਜਿਹਦੀ ਤੁਸੀਂ ਗੱਲ ਵੀ ਕੀਤੀ ਹੈ। ਯੂਰਪ ਦੇ ਵਿੱਚ ਜਿਹੜੇ ਵੈਸਟਰਨ ਕੰਟਰੀਜ਼ ਨੇ, ਇਹਨਾਂ ਨੇ ਚਰਚ ਨੂੰ ਤੇ ਸਟੇਟ ਨੂੰ ਬੜੀ ਦੇਰ ਦਾ ਅਲੱਗ ਕਰ ਲਿਆ ਹੋਇਆ ਜੀ। ਇਹ ਤੋਂ ਬਿਨਾਂ ਇਹ ਚੱਲੇ ਨਹੀਂ ਸਕਦਾ ਜੀ। ਜਿਹੜਾ ਰਿਲੀਜਨ ਹੈਗਾ ਆ, ਤੇ ਰਿਲੀਜਨ ਤੋਂ ਬਿਨਾਂ ਇਹਨੂੰ ਸੈਪਰੇਟ ਕੀਤੇ ਬਿਨਾਂ ਤੁਸੀਂ ਨਹੀਂ। ਲੋਕ ਮੁੱਦੇ ਜੀ, ਮੋਦੀ ਕਦੇ ਲੋਕ ਮੁੱਦਿਆਂ ਦੀ ਗੱਲ ਮੈਂ ਤਾਂ ਉਹਨਾਂ ਦੇ ਮੂੰਹੋਂ ਨਹੀਂ ਸੁਣੀ ਜੀ। ਇੱਕ ਪਾਲਿਸੀ ਮੈਨੂੰ ਦੱਸ ਦਿਓ ਪਿਛਲੇ 6 ਸਾਲਾਂ ਦੇ ਵਿੱਚ ਜਿਹੜੀ ਨਰਿੰਦਰ ਮੋਦੀ ਉਹਨਾਂ ਦੀ ਆਮ ਲੋਕਾਂ ਦੇ ਹੱਕ ਦੇ ਵਿੱਚ ਹੋਵੇ ਜੀ, ਆਮ ਲੋਕਾਂ ਦੀ ਫੇਵਰ ਦੇ ਵਿੱਚ ਹੋਵੇ। ਹੁਣ ਚਾਈਨਾ ਵਰਗਾ ਕੰਟਰੀ ਕੋਵਿਡ ਦੇ ਕਾਲ ਦੇ ਵਿੱਚ ਦੇਖੋ ਗੋਡਾਊਨ ਖਾਲੀ ਕਰਕੇ, ਵੇਅਰ ਹਾਊਸ ਖਾਲੀ ਕਰਕੇ ਤੇ ਹਸਪੀਟਲ ਬਣਾ ਰਿਹਾ ਜੀ, ਤੇ ਸਾਡੇ ਮੋਦੀ ਸਾਹਿਬ ਇਹਦੇ ਵਿੱਚ ਉਦਘਾਟਨ ਕਰ ਰਹੇ ਨੇ ਰਾਮ ਮੰਦਿਰ ਦਾ ਜੀ। ਵਾਕਈ ਥੈਂਕ ਯੂ ਪਰਮਜੋਤ। ਜਿਵੇਂ ਕੱਲ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਵਾ ਆਪਣੇ ਭਾਸ਼ਣ ਦੇ ਵਿੱਚ ਕਿ ਇਹਦੇ ਨਾਲ ਯੂਨਿਟੀ ਆਊਗੀ, ਇਹਦੇ ਨਾਲ ਇਕਨੋਮੀ ਦੇ ਵਿੱਚ ਨੂੰ ਅਪਲਿਫਟਮੈਂਟ ਮਿਲੂਗੀ, ਆਰਥਿਕ ਵਿਵਸਥਾ ਨੂੰ ਦੀ ਬਿਹਤਰੀ ਹੋਊਗੀ ਔਰ ਏਕਤਾ ਤੇ ਅਖੰਡਤਾ ਨੂੰ ਬੜਾਵਾ ਮਿਲੂਗਾ। ਸ਼ਾਇਦ ਉਹਨਾਂ ਨੂੰ ਇਸ ਫੰਕਸ਼ਨ ਦੇ ਵਿੱਚ ਬਾਕੀ ਧਰਮ ਦੇ ਲੋਕਾਂ ਨੂੰ, ਖਾਸ ਕਰਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਜ਼ਰੂਰ ਬੁਲਾਉਣਾ ਚਾਹੀਦਾ ਸੀ। ਔਰ ਜਿਸ ਤਰ੍ਹਾਂ ਸਰਕਾਰ ਨੇ ਵੱਧ ਚੜ੍ਹ ਕੇ ਇਸ ਫੰਕਸ਼ਨ 'ਚ ਹਿੱਸਾ ਲਿਆ ਵਾ, ਇਸੇ ਤਰ੍ਹਾਂ ਹੀ ਮਸਜਿਦ ਵਾਸਤੇ ਜਿਹੜੀ 5 ਏਕੜ ਦੀ ਜ਼ਮੀਨ
ਸੁਪਰੀਮ ਕੋਰਟ ਨੇ ਕਹਿ ਕੇ ਦਿੱਤੀ ਆ ਉਹਦੀ ਉਸਾਰੀ ਵੀ ਇਸੇ ਤਰ੍ਹਾਂ ਹੀ ਸਰਕਾਰ ਨੂੰ ਕਰਾਉਣੀ ਚਾਹੀਦੀ। ਫਿਰ ਤੇ ਵਾਕਈ ਲੱਗੂਗਾ ਵੀ ਅਸੀਂ ਸਾਰੇ ਧਰਮਾਂ ਦਾ ਪੂਰਾ ਬਰਾਬਰ ਦਾ ਸਤਿਕਾਰ ਕਰਦੇ ਹਾਂ। ਮੀਨਵਾਈਲ ਪ੍ਰਗਟ ਬਲ, ਰਾਜਦੀਪ ਰੰਧਾਵਾ, ਵਰਿੰਦਰ ਕੁਮਾਰ, ਕਰਨਲ ਗੁਰਿੰਦਰ ਘੁੰਮਣ ਹੋਣਾ ਦੇ ਵੀ ਤਾਜ਼ੇ ਕਮੈਂਟ। ਆਲਮੋਸਟ ਅਬਾਊਟ 25-30 ਕਮੈਂਟ ਸਾਡੇ ਫੇਸਬੁੱਕ ਪੇਜ ਦੇ ਉੱਪਰ ਵੀ ਆਏ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਹਰਜਾਪ ਸਿੰਘ ਬੋਲਦਾ ਜੀ, ਇੱਥੋਂ ਨਿਊਯਾਰਕ ਤੋਂ ਜੀ। ਹਾਂਜੀ ਹਰਜਾਪ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਬਹੁਤ ਚੰਗਾ ਲੱਗਾ ਤੁਸੀਂ ਸਾਡੇ ਨਾਲ ਜੁੜੇ। ਤੁਹਾਨੂੰ ਕੀ ਲੱਗਦਾ ਵਾ ਵੀ ਜਿਸ ਤਰ੍ਹਾਂ ਇਹ ਫੰਕਸ਼ਨ ਕੱਲ ਹੋਇਆ ਵਾ, ਇਹਦੇ ਨਾਲ ਵਾਕਈ ਰਾਮ ਰਾਜ ਆ ਰਿਹਾ ਵਾ, ਅਸੀਂ ਉਧਰ ਨੂੰ ਵਧ ਰਹੇ ਹਾਂ, ਜਾਂ ਇਹਦੇ ਨਾਲ ਜਿਹੜੇ ਘੱਟ ਗਿਣਤੀਆਂ ਦੇ ਲੋਕ ਆ ਉਹਨਾਂ ਦੇ ਵਿੱਚ ਹੋਰ ਇਨਸਿਕਿਉਰਿਟੀ, ਅਸੁਰੱਖਿਆ ਦੀ ਫੀਲਿੰਗ ਆਊਗੀ? ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਜੀ ਕਿ ਘੱਟ ਗਿਣਤੀਆਂ ਜਿਹੜੀਆਂ ਉਹ ਬਿਲਕੁਲ ਜਿਹੜੇ ਉੱਥੇ ਅੱਜ ਤੁਸੀਂ ਸੁਣੇ ਹੋਣੇ ਆ ਲਗਾਤਾਰ ਚੱਲਦੀਆਂ, ਜਿੰਨੇ ਵੀ ਉੱਥੇ ਗਏ ਹੈਗੇ ਆ, ਬਾਹਰੋਂ ਨਹੀਂ ਸਾਫ਼ ਇਹ ਗੱਲ ਕਹੀ ਆ ਵੀ ਰਾਮ ਰਾਜ ਦਾ ਜਿਹੜਾ ਆ ਉਹ ਸ਼ੁਰੂਆਤ ਹੋ ਗਈ ਆ। ਤੇ ਬਾਕੀ ਸੰਧੂ ਸਾਹਿਬ ਤੁਸੀਂ ਜਿਹੜੀ ਕੋਰਟ ਦੀ ਗੱਲ ਕੀਤੀ ਆ, ਜਿਹੜੇ ਕੋਰਟ ਦੇ ਵਿੱਚ ਉਹਨੇ ਕੋਰਟ ਲਏ ਆ, ਜਿਹਦੇ ਵਿੱਚ ਉਹਨੇ ਸਿੱਖ ਹੱਕ ਤੋਂ ਲਏ ਆ, ਉਹਦੇ ਵਿੱਚ ਉਹ ਸ਼ਰੇਆਮ ਹੀ ਬਿਲਕੁਲ ਉਹ ਰੋਂਗ, ਤਾਂ ਇੱਕ ਪਾਸੜ ਫੈਸਲਾ ਆ। ਅਸੀਂ ਜੇ ਕੋਰਟ ਦੇ ਫੈਸਲੇ ਨੂੰ ਲੈ ਕੇ ਇਹਦੇ ਬਾਰੇ ਵਿੱਚ ਗੱਲ ਕਰਨੀ ਛੱਡ ਦਈਏ ਕਿ ਰਾਮ ਮੰਦਿਰ ਜਿਹੜਾ ਆ ਉਹ ਸਹੀ ਬਣਾਤਾ ਜੀ, ਕੋਰਟ ਨੇ ਸਹੀ ਕਰ ਦਿੱਤਾ। ਕੋਰਟ ਨੇ ਭਾਰਤ ਦੇ ਵਿੱਚ ਅੱਜ ਤੱਕ ਕੋਈ ਫੈਸਲਾ ਮਾਈਨੋਰਟੀ ਦੇ ਹੱਕ ਵਿੱਚ ਦਿੱਤਾ? ਕੋਈ ਹਮੇਸ਼ਾ ਮਾਈਨੋਰਟੀਜ਼ ਨੂੰ ਕੁਚਲਿਆ ਜਾ ਰਿਹਾ। ਮੋਦੀ ਵਰਗੀ ਹੁਕੂਮਤ ਜਿਹੜੀ ਆ ਉਹ ਘੱਟ ਗਿਣਤੀਆਂ ਤੇ ਲਗਾਤਾਰ ਜ਼ੁਲਮ ਕਰ ਰਹੀ ਆ ਜੀ। ਬਿਲਕੁਲ, ਬਹੁਤ ਵਿਵਾਦਿਕ ਫੈਸਲਾ ਸੀਗਾ ਔਰ ਕੰਟਰਡਿਕਸ਼ਨ ਸੀ ਉਹਦੇ ਵਿੱਚ, ਆਪਸ ਦੇ ਵਿੱਚ ਦੋ ਪੱਖੀ ਗੱਲ ਕੋਰਟ ਨੇ ਕੀਤੀ ਸੀ। ਇੱਕ ਗੱਲ ਹੋਰ ਜਿਹੜੀ ਤੁਸੀਂ ਇਹ ਗੱਲ ਕਹੀ ਆ, ਤੁਸੀਂ ਉਹਦੇ ਪੱਖ ਵਿੱਚ ਜਾ ਰਹੇ ਹੋ ਤੇ ਰਾਮ, ਅਸੀਂ ਦੇਖੋ ਹਰ ਇੱਕ ਧਰਮ, ਮੈਂ ਕਿਹੜੀ ਗੱਲ ਦੇ ਹੱਕ ਜਾ ਰਿਹਾ? ਇੱਕ ਮਿੰਟ ਕਿਹੜੀ ਗੱਲ ਦੇ ਹੱਕ ਜਾ ਰਿਹਾ? ਰਾਮ, ਤੁਸੀਂ ਇਹ ਗੱਲ ਵਿੱਚ ਹੱਕ ਜਾਵੇ, ਗੁਰੂ ਗ੍ਰੰਥ ਸਾਹਿਬ 'ਚ ਰਾਮ ਦਾ ਨਾਮ ਬਾਰ-ਬਾਰ ਆਉਂਦਾ ਆ। ਹਾਂਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਦਾ ਨਾਮ ਉਸ ਰਮੇ ਹੋਏ ਉਸ ਪਾਤਸ਼ਾਹ ਦੇ, ਰੱਬ ਦੇ, ਪ੍ਰਮਾਤਮਾ ਦੇ ਇੱਕ ਦੇ ਬਾਰੇ ਵਿੱਚ ਰਾਮ ਨੂੰ ਸੰਬੋਧਨ ਕੀਤਾ ਗਿਆ 2500 ਵਾਰੀ, 2490 ਵਾਰ ਉਸ ਪ੍ਰਮਾਤਮਾ ਇੱਕ ਦੀ ਗੱਲ ਆ ਰਾਮ ਦੀ। 10 ਵਾਰ ਜਿੱਥੇ ਵੀ ਨਾਮ ਆਇਆ ਉੱਥੇ ਰਾਮਚੰਦਰ ਹੋ ਕੇ ਸੰਬੋਧਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕਿਤੇ ਵੀ ਰਾਮ ਨੂੰ ਐਜ਼ ਏ ਰੱਬ ਉਸਤਤ ਨਹੀਂ ਕੀਤੀ ਗਈ, ਉਹਨੂੰ ਐਜ਼ ਏ ਦਸ਼ਰਥ ਦਾ ਪੁੱਤਰ ਹੀ ਸੰਬੋਧਨ ਹੁੰਦੇ ਆ ਜੀ। ਸੋ ਇਹ ਜਿਹੜਾ ਇੱਕ ਪ੍ਰਚਾਰ ਲਗਾਤਾਰ ਪਿਛਲੇ ਸਮੇਂ ਤੋਂ RSS ਭਗਵੇ ਜਾਂ BJP ਵੱਲੋਂ ਹੋ ਰਿਹਾ ਵੀ ਸਿੱਖਾਂ ਨੂੰ ਹਿੰਦੂ ਦਾ ਅੰਗ ਦੱਸਣ ਦੇ ਲਈ, ਉਹਦੇ ਬਾਰੇ ਸਾਨੂੰ ਅਵੇਅਰ ਹੋਣ ਦੀ ਲੋੜ ਹੈ ਜੀ। ਮੈਂ ਹਰਜਾਪ ਜੀ, ਮੈਂ ਸਿਰਫ ਇਹ ਕੀਤਾ ਕਿ ਰਾਮਚੰਦਰ ਦਾ ਜ਼ਿਕਰ ਰਿਹਾ ਦੁਬਾਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਮੈਂ ਉਹਨਾਂ ਨੂੰ ਗੁਰੂ ਗ੍ਰੰਥ ਰਾਮ ਨੂੰ ਭਗਵਾਨ ਦਾ ਦਰਜਾ ਦਿੱਤਾ ਗਿਆ, ਉਹ ਮੈਂ ਬਿਲਕੁਲ ਨਹੀਂ ਕਿਹਾ। ਹਾਂਜੀ, ਸੋ ਇੱਥੇ ਹੀ ਜਿਹੜੀਆਂ ਉਹਨਾਂ ਦੀਆਂ ਕੋਡ ਲਾਈਆਂ ਗਈਆਂ ਸੁਪਰੀਮ ਕੋਰਟ ਦੇ ਵਿੱਚ, ਇੱਥੋਂ ਹੀ ਸਾਬਤ ਹੋ ਜਾਂਦਾ ਕਿ ਉਹ ਕਿੰਨੀਆਂ ਕੁ ਝੂਠੀਆਂ, ਕਿੰਨੀਆਂ ਕੁ ਗਲਤ ਨੇ ਜੀ। ਮਿਹਰਬਾਨੀ, ਥੈਂਕ ਯੂ ਹਰਜਾਪ ਜੀ, ਇਸ ਆਪਣੇ ਵਿਚਾਰ ਸਾਂਝੇ ਕਰਨ ਲਈ, ਆਪਣੇ ਵੱਲੋਂ ਜੋ ਵੀ ਤੁਸੀਂ ਸੋਚਿਆ ਉਹਦੀ ਕਲੈਰੀਫਿਕੇਸ਼ਨ ਦੇਣ ਵਾਸਤੇ। ਮਿਸਕੀ ਗੁਪਤਾ ਦੇ ਵੀ ਇੱਕ ਤਾਜ਼ਾ ਕਮੈਂਟ ਆ, ਰਾਣਾ ਪਰਮਜੋਤ ਦਾ ਵੀ, ਅਮਰਿੰਦਰ ਸਿੰਘ ਦਿਓਲ ਦਾ ਵੀ, ਸਤਨਾਮ ਸਿੰਘ ਧਾਮੀ ਵੀ ਸਾਡੇ ਨਾਲ ਜੁੜ ਗਏ ਨੇ, ਓਂਕਾਰ ਸਿੰਘ ਸਿੱਧੂ ਵੀ ਸਾਡੇ ਨਾਲ ਫੇਸਬੁੱਕ ਤੇ ਆ ਗਏ ਨੇ। ਉਹ ਕਹਿ ਰਹੇ ਨੇ ਘੱਟ ਗਿਣਤੀਆਂ ਵਾਸਤੇ ਭਿਅੰਕਰ ਖਤਰਾ ਇਸ ਵੇਲੇ ਹੈ, ਉਹਨਾਂ ਦਾ ਇਹ ਵਿਚਾਰ ਆ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ BJP ਸਿਰਫ ਇੱਕ ਧਰਮ ਨੂੰ ਪ੍ਰਮੋਟ ਕਰ ਰਹੀ ਆ, ਹਾਲਾਂਕਿ ਸਾਡਾ ਐਜ਼ ਸਟੇਟ ਰਿਲੀਜਨ, ਹਾਲਾਂਕਿ ਸਾਡਾ ਸੰਵਿਧਾਨ ਜਿਹੜਾ ਵਾ ਉਹ ਸੈਕੂਲਰ ਕੰਟਰੀ, ਧਰਮ ਨਿਰਪੱਖਤਾ ਦੀ ਗੱਲ ਕਰਦਾ ਵਾ। ਅਮਰਿੰਦਰ ਸਿੰਘ ਦਿਓਲ ਦਾ ਵੀ ਕਮੈਂਟ ਆ, ਉਹ ਵੀ ਤੁਸੀਂ ਸਾਡੇ ਫੇਸਬੁੱਕ ਦੇ ਉੱਪਰ ਦੇਖ ਸਕਦੇ ਹੋ। ਹੁਣੇ ਬਲਜੀਤ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ, ਉਹ ਕਹਿ ਰਹੇ ਨੇ ਕਿ ਹੋ ਸਕਦਾ ਵਾ ਕਿ ਹਿੰਦੂ ਰਾਜ, ਇਹ ਕੁਝ ਲੋਕਾਂ ਦੀ ਆਸ ਆ, ਉਹ ਉਹਦੇ ਵੱਲ ਨੂੰ ਵੱਧ ਰਹੇ ਨੇ। ਇਹ ਬਲਜੀਤ ਸਿੰਘ ਹੋਣਾ ਦਾ ਕਮੈਂਟ ਆ। ਆਲਮੋਸਟ ਸਾਡੇ ਕਰੀਬ 35-40 ਕਮੈਂਟਸ ਸਾਡੇ ਫੇਸਬੁੱਕ ਪੇਜ ਦੇ ਉੱਪਰ ਵੀ ਆਏ ਆ। ਮੈਂ ਦੱਸਣਾ ਚਾਹੁੰਦਾ ਵਾਂ ਕਿ ਇਹਦਾ ਕਾਫੀ ਵਿਵਾਦਿਕ ਬੈਕਗਰਾਊਂਡ ਆ। ਜਿਹੜਾ ਰਾਮ ਜਨਮ ਭੂਮੀ ਦੀ ਕੱਲ ਉਸਾਰੀ ਸ਼ੁਰੂ ਹੋਈ ਆ, ਕਈ ਦਹਾਕਿਆਂ ਤੋਂ, ਕਈ ਸੈਂਚਰੀਜ਼ ਤੋਂ, ਕਈ ਚਿਰ ਤੋਂ ਇਹ ਮਸਲਾ ਚੱਲ ਰਿਹਾ ਸੀ। ਸੁਪਰੀਮ ਕੋਰਟ ਨੇ ਪਿੱਛੇ ਜੇ ਇਹਦੇ ਬਾਰੇ ਆਪਣਾ ਫੈਸਲਾ ਦਿੱਤਾ ਵਾ, ਉਹਦੇ ਤਹਿਤ ਇਹਦੀ ਉਸਾਰੀ ਹੁਣ ਸ਼ੁਰੂ ਹੋਈ ਆ। ਲੇਕਿਨ ਜਿਸ ਤਰ੍ਹਾਂ ਦੀ ਇਹ ਉਸਾਰੀ, ਜਿਸ ਤਰੀਕੇ ਨਾਲ ਉਸਾਰੀ ਸ਼ੁਰੂ ਕੀਤੀ, ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨੇ ਇਹਦੇ 'ਚ ਹਿੱਸਾ ਲਿਆ ਵਾ, ਉਹਦੇ ਤੇ ਬਹੁਤ ਕਿੰਤੂ ਪਰੰਤੂ ਹੋ ਰਿਹਾ ਵਾ। ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਇਹਦਾ ਸਵਾਗਤ ਵੀ ਕੀਤਾ ਵਾ, ਕਿਉਂਕਿ ਇਹ ਇੱਕ ਲੋਕਾਂ ਨੂੰ ਲੱਗਦਾ ਕਿ ਇਹ ਮਸਲਾ ਜਿਹੜਾ ਵਾ ਇਹ ਇੱਕ ਤਰੀਕੇ ਨਾਲ ਸੁਲਝਾਉਣ ਵੱਲ ਨੂੰ ਤੁਰਿਆ ਹੋਇਆ ਵਾ।
ਲੇਕਿਨ ਕੱਲ ਮੈਂ ਟੀਵੀ ਤੇ ਡਿਬੇਟਸ ਵੇਖ ਰਿਹਾ ਸੀਗਾ, ਬਹੁਤ ਸਾਰੇ ਟੀਵੀ ਸਟੇਸ਼ਨਸ ਤੇ ਇਹ ਗੱਲ ਹੋ ਰਹੀ ਸੀ ਕਿ ਅਸੀਂ ਬਹੁ ਗਿਣਤੀ ਦੇ ਨਾਲ ਆਪਣਾ ਸੰਵਿਧਾਨ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੀ ਇਹ ਸਹੀ ਹੈ ਜਾਂ ਗਲਤ, ਇਹਦੇ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। This program is sponsored by PrimeLink Express, Gurmeet Mali, Union Truck Stop, Bakersfield, Sukhi Kuman. This program is sponsored by PrimeLink Express, Gurmeet Mali, Union Truck Stop, Bakersfield, Sukhi Kuman. ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਤੁਹਾਡਾ ਇਸ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਲਾਈਵ ਸ਼ੋਅ ਦੇ ਵਿੱਚ ਇੱਕ ਬਹੁਤ ਅਹਿਮ ਡਿਵੈਲਪਮੈਂਟ ਦੀ। ਕੱਲ ਸ਼੍ਰੀ ਰਾਮ ਮੰਦਿਰ, ਰਾਮ ਜਨਮ ਭੂਮੀ ਮੰਦਿਰ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਖੁਦ ਉੱਥੇ ਪਹੁੰਚੇ, ਭੂਮੀ ਪੂਜਨ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ। ਇਸ ਬਾਰੇ ਅਸੀਂ ਗੱਲ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਰਾਮ ਰਾਜ ਮੁਲਕ ਦੇ ਵਿੱਚ ਹੁਣ ਆਵੇਗਾ। ਕੀ ਵਾਕਈ ਰਾਮ ਰਾਜ ਜਿਹੜਾ ਵਾ ਇਹ ਆ ਸਕਦਾ ਵਾ? ਇਹਦੇ ਤੇ ਅਸੀਂ ਗੱਲ ਕਰ ਰਹੇ ਹਾਂ। ਕਾਫੀ ਕਮੈਂਟਸ, ਆਲਮੋਸਟ 40-50 ਕਮੈਂਟ ਸਾਡੇ ਫੇਸਬੁੱਕ ਪੇਜ ਦੇ ਉੱਪਰ ਵੀ ਆਏ ਆ। ਮੈਨੂੰ ਪਤਾ ਇਹ ਕਾਲਰ ਹੋਲਡ ਕਰ ਰਿਹਾ, ਮੈਂ ਉਹਨਾਂ ਨੂੰ ਅੱਧਾ ਮਿੰਟ ਹੋਰ ਹੋਲਡ ਕਰਾਉਂਗਾ। ਕੁਝ ਕਮੈਂਟਸ ਜਿਹੜੇ ਮੈਂ ਉਹਨਾਂ ਨੂੰ ਪੜ੍ਹਨਾ ਚਾਹੁੰਦਾ। ਪਵਨ ਹੂਜਾ ਕਹਿ ਰਹੇ ਨੇ ਕਿ ਕੱਲ ਨੂੰ ਕੋਈ ਇਹ ਵੀ ਕਹਿ ਸਕਦਾ ਵਾ ਵੀ ਹਨੂਮਾਨ ਜੀ ਦਾ ਜਨਮ ਜਿਹੜਾ ਵਾ ਅੰਮ੍ਰਿਤਸਰ 'ਚ ਹੋਇਆ ਸੀ ਔਰ ਉੱਥੇ ਸ਼ਾਇਦ ਉਹਨਾਂ ਨੂੰ ਸਥਾਨ ਮਿਲਣਾ ਚਾਹੀਦਾ ਵਾ। ਇਹ ਕੋਈ ਐਵੀਡੈਂਸ ਨਹੀਂ ਕਿ ਲਾਰਡ ਰਾਮ ਵਾਕਈ ਅਯੋਧਿਆ ਦੇ ਵਿੱਚ ਪੈਦਾ ਹੋਏ ਸੀ। ਸੋ ਇਹ ਮਾਈਨੋਰਿਟੀਜ਼ ਜੋ ਹੋ ਰਿਹਾ ਵਾ, ਇਹਦੇ ਨਾਲ ਮਾਈਨੋਰਿਟੀਜ਼ ਸੇਫ ਮੁਲਕ ਦੇ ਵਿੱਚ ਨਹੀਂ। ਇਹ ਉਹਨਾਂ ਦਾ, ਪਵਨ ਹੂਜਾ ਉਹਨਾਂ ਦਾ ਵਿਚਾਰ ਆ। ਪਰਮਿੰਦਰ ਸੋਈਆਂ ਕਹਿ ਰਹੇ ਨੇ ਕਿ 10ਵੇਂ ਪਾਤਸ਼ਾਹ ਬਾਰੇ ਇਹ ਗਲਤ ਕੱਲ ਕਿਹਾ ਗਿਆ ਵਾ, ਇਹ ਉਹਨਾਂ ਨੇ ਕਿਹਾ। ਸਰਦਾਰ ਜਾਫੀ ਸਿੰਘ ਵੀ ਸਾਡੇ ਨਾਲ ਇਸ ਵੇਲੇ ਫੇਸਬੁੱਕ ਦੇ ਉੱਪਰ ਜੁੜੇ ਨੇ। ਹੋਰ ਵੀ ਕੁਝ ਕਮੈਂਟਸ ਆਏ ਆ, ਉਹ ਵੀ ਮੈਂ ਸਾਂਝੇ ਕਰਦਾ, ਪਰ ਉਸ ਤੋਂ ਪਹਿਲਾਂ ਮੈਂ ਜਿਹੜੇ ਕਾਲਰ ਜੁੜੇ ਹੋਏ ਨੇ ਉਹਨਾਂ ਦੀ ਗੱਲ ਸਾਂਝੀ ਕਰਨੀ ਚਾਹੁੰਦਾ। ਹੈਲੋ ਹੈਲੋ, ਹਾਂਜੀ ਹਾਂਜੀ ਸੋਢੀ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਫਸਟ ਆਫ ਆਲ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹਿੰਦੂ ਵੀਰਾਂ ਨੂੰ, ਹਿੰਦੂ ਸਮਾਜ ਨੂੰ ਵਧਾਈ ਦਿੰਦਾ ਮੰਦਿਰ ਦੇ ਸ਼ਿਲਾਨਿਆਸ ਦੀ। ਜੀ ਜੀ ਜੀ। ਨੰਬਰ 2 ਤੇ ਮੈਂ ਮਤਲਬ 2-4 ਗੱਲਾਂ ਐਸੀਆਂ ਹੋਈਆਂ ਜਿਹੜੀਆਂ ਮਤਲਬ ਜਾਇਜ਼ ਨਹੀਂ ਗੀਆਂ, ਉਹਦੇ ਉੱਤੇ ਮੈਂ ਆਪਣੇ ਵਿਚਾਰ ਦੇਣਾ ਤੇ ਅੱਗੋਂ ਤੁਹਾਨੂੰ ਜਾਂ ਸੁਣਨ ਵਾਲਿਆਂ ਨੂੰ ਜਿਵੇਂ ਦਾ ਠੀਕ ਲੱਗੇ ਉਹ ਆਪਣੇ ਤੌਰ ਤੇ ਲੈਣਾ। ਲੇਕਿਨ ਮੈਂ ਜਿਹਨਾਂ ਨੂੰ ਗਲਤ ਸਮਝਣਾ ਮੈਂ ਉਹ ਦੱਸਦਾ। ਦੱਸੋ। ਹਾਂਜੀ। ਨੰਬਰ 1 ਤੇ ਸਭ ਤੋਂ ਪਹਿਲੀ ਗਲਤੀ ਗਿਆਨੀ ਇਕਬਾਲ ਸਿੰਘ ਦੀ, ਜਿਹੜੇ ਉਹਨੇ ਸਿੱਖਾਂ ਨੂੰ ਲਾਭ ਤੇ ਕੁਛ ਦੀ ਔਲਾਦ ਬਣਾਤਾ। ਉਸ ਤੋਂ ਬਾਅਦ ਮੋਦੀ ਸਾਹਿਬ ਦੀ, ਵੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਤੇ ਗੁਰੂ ਗੋਬਿੰਦ ਸਿੰਘ ਨੂੰ ਘੁਮਾ ਕੇ ਤੇ ਉਹ ਰਾਮ ਭਗਤ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅੱਖਰਾਂ ਦਾ ਹੇਰ ਫੇਰ ਇੱਧਰ ਉੱਧਰ ਕਰਕੇ ਜੀ। ਤੀਜੇ ਨੰਬਰ ਤੇ ਹੁਣੇ ਕਿਸੇ ਸੱਜਣ ਨੇ ਕਿਹਾ ਸੀ ਬਈ ਗੁਰਬਾਣੀ ਦੇ ਵਿੱਚ ਵੀ ਬਾਰ-ਬਾਰ ਰਾਮ ਦਾ ਨਾਂ ਆਉਂਦਾ ਜੀ। ਮੈਂ ਉਹਨਾਂ ਨੂੰ ਇੱਥੇ ਕਰੈਕਟ ਕਰਾਉਣਾ ਚਾਹੁੰਦਾ ਵੀ ਰਾਮ ਦਾ ਨਾਂ ਦਾ ਮਤਲਬ ਇਹ ਨਹੀਂ ਹੈ ਕਿ ਇਹ ਰਾਮ ਹੈ। ਗੁਰਬਾਣੀ ਕਹਿੰਦੀ ਆ ਵੀ ਏਕ ਰਾਮ ਦਸ਼ਰਥ ਪਿਤਾ, ਏਕ ਰਾਮ ਘਟ ਲਿਪਾ। ਰਾਮ ਦੋ ਬਣਾਤੇ ਨਾ ਉਹਨੇ ਜੀ। ਹਾਂ, ਜੇ ਗੁਰਬਾਣੀ ਦੇ ਅਰਥਾਂ ਅਨੁਸਾਰ ਜਾਣਾ ਤਾਂ ਫਿਰ ਉਹ ਰਾਮ ਨਹੀਂ। ਠੀਕ ਹੈ ਜੀ। ਲੇਕਿਨ ਫਿਰ ਵੀ ਜੋ ਕੋਈ ਮੰਨਦਾ ਉਹਨੂੰ ਮੰਨਣ ਦਿਓ, ਕੋਈ ਆਪਾਂ ਕਿਸੇ ਨਾਲ ਬਹਿਸ ਨਹੀਂ ਕਰਨੀ ਜੀ। ਆਪਾਂ ਜਿਹੜੀ ਗੱਲ ਤੇ ਬਹਿਸ ਕਰਨੀ ਹੈ, ਜਿੱਥੇ ਆਪਣਾ ਹੱਕ ਮਾਰਿਆ ਰਿਹਾ, ਜਿੱਥੇ ਆਪਣੀ ਅਣਖ ਨੂੰ, ਪੱਗ ਨੂੰ, ਇੱਜ਼ਤ ਨੂੰ, ਹੱਕਾਂ ਨੂੰ ਜਮ੍ਹਾਂ ਕੀਤਾ ਜਾ ਰਿਹਾ, ਉੱਥੇ ਆਪਾਂ ਜ਼ਰੂਰ ਬੋਲਾਂਗੇ। ਉਹ ਮੈਂ ਤੁਹਾਨੂੰ ਇਹ ਦੱਸ ਦਿੰਦਾ ਜੀ ਵੀ ਇਹ ਜਿਹੜੀ ਰਾਮ ਜਨਮ ਭੂਮੀ ਵਾਲੀ ਬਾਬਰੀ ਮਸਜਿਦ ਵਾਲੀ ਆ, ਇਹ 1945-47 ਦੇ ਨੇੜੇ ਜਦੋਂ RSS ਬਣੀ ਆ, ਉਦੋਂ ਇਹ ਮੰਗ ਅਡਵਾਨੀ ਹੋਰਾਂ ਨੇ ਉਠਾਈ ਆ
ਉਸ ਤੋਂ ਪਿਛਲੀ ਸਦੀ ਦੇ ਵਿੱਚ ਵੀ ਇਹੋ ਹਿੰਦੂ ਸਮਾਜ ਹਮੇਸ਼ਾ ਜਿਹੜਾ ਉਹ ਇੱਕ ਬਹੁ ਗਿਣਤੀ ਰਿਹਾ, ਚਾਹੇ ਉਹ ਮੁਸਲਮਾਨਾਂ ਦਾ ਰਾਜ ਸੀ, ਚਾਹੇ ਅੰਗਰੇਜ਼ਾਂ ਦਾ ਸੀ, ਚਾਹੇ ਕਿਸੇ ਦਾ ਸੀ, ਹਮੇਸ਼ਾ ਵੱਧ ਰਿਹਾ ਜੀ। ਪਿਛਲਾ 400 ਸਾਲ ਕਿਸੇ ਨੇ ਨਾਂ ਨਹੀਂ ਲਈ ਤੇ ਇਸ ਸਦੀ ਦੇ ਵਿੱਚ ਮਤਲਬ 1945 ਤੋਂ ਅੱਗੇ ਤੱਕ ਇਹ ਮੰਗ ਉੱਠੀ ਆ RSS ਦੀ ਜ਼ਮਾਨੀ। ਔਰ RSS ਉਹੀ ਹੈ ਜਿਹਦੇ ਉੱਤੇ ਇਹਨੇ ਤੁਹਾਡੇ ਜਿਹੜਾ ਹੈਗਾ ਸੀ ਵੱਲਭ ਭਾਈ ਪਟੇਲ ਇਹਨੇ ਬੈਨ ਵੀ ਲਾਇਆ ਸੀ। ਹੁਣ ਗੱਲ ਇਹ ਵੀ 500 ਸਾਲ ਪਹਿਲਾਂ ਉੱਥੇ ਮੰਦਿਰ ਹੁੰਦਾ ਸੀ ਜਾਂ ਨਹੀਂ ਸੀ, ਕੋਈ ਆਈ ਵਿਟਨੈਸ ਨਹੀਂ ਹੈਗਾ ਜੀ। ਲੇਕਿਨ ਸਾਡੇ ਇੱਥੇ ਗੁਰਦੁਆਰਾ ਗਿਆਨ ਗੋਦੜੀ ਜੀ ਤੇ ਮੰਗੂ ਮੱਠ ਤੇ ਡਾਂਗ ਮਾਰ ਤਿੰਨਾਂ ਗੁਰਦੁਆਰਿਆਂ ਦੇ ਆਈ ਵਿਟਨੈਸ ਅਜੇ ਜਿਉਂਦੇ ਆ, 90% ਜਿਉਂਦੇ, 10% ਮਰੇ। ਉਹ ਸਾਹਮਣੇ ਇਹਨਾਂ ਨੇ ਢਾਏ ਆ। ਇਹਨਾਂ ਨੇ 500 ਸਾਲ ਪੁਰਾਣੇ ਉੱਤੇ ਆਪਣਾ ਮੰਦਿਰ ਬਣਾ ਲਿਆ, ਇਹਨਾਂ ਨੂੰ ਵਧਾਈਆਂ ਜੀ। ਲੇਕਿਨ ਸਾਡੇ ਜਿਹੜੇ ਢਾਏ ਆ ਉਹਨਾਂ ਦਾ ਇਹਨਾਂ ਦੇ ਕੋਲ ਕੀ ਨਿਆਂ ਵਾ? ਜੇ ਇੱਕ ਦਾ ਫਰਜ਼ ਬਣਦਾ ਤੇ ਦੂਜੇ ਨੂੰ ਵੀ ਹੱਕ ਮਿਲਣਾ ਚਾਹੀਦਾ ਜੀ। ਇਹ ਜਾਂ ਤੇ ਨਾਲ ਦੱਸ ਦਿੰਦੇ ਤੇ ਜਾਂ ਸਾਡੇ ਆਗੂ ਜਿਹੜੇ ਬਾਦਲ ਸਾਹਿਬ ਜਾਂ ਕੋਈ ਜਿਹੜੇ ਇਹਨਾਂ ਦੀ ਹਰ ਹਾਂ 'ਚ ਹਾਂ ਮਿਲਾਉਂਦੇ, ਉਹ ਇਹਨਾਂ ਨੂੰ ਵਧਾਈ ਵੀ ਦੇ ਦਿੰਦੇ ਤੇ ਨਾਲ ਕਹਿ ਦਿੰਦੇ ਵੀ ਮਹਾਰਾਜ ਹੁਣ ਅਸੀਂ ਜੇ ਤੁਸੀਂ ਕਹਿੰਦੇ ਹੋ ਵੀ ਹਿੰਦੂ ਸਿੱਖ ਭਾਈ ਭਾਈ ਨੇ ਤੇ ਭਾਈ ਭਾਈ ਵਾਲਾ ਤੇ ਗੱਲ ਇਹ ਆ ਵੀ ਜੇ ਇੱਕ ਭਾਈ ਨੂੰ ਇੱਕ ਚੀਜ਼ ਮਿਲ ਗਈ ਤੇ ਦੂਜੇ ਨੂੰ ਮਿਲ ਜੇ ਤੇ ਸਾਡੇ ਵੀ ਉਹ ਗੁਰਦੁਆਰੇ ਬਰਾਏ ਮਿਹਰਬਾਨੀ ਬਣਾ ਦਿਓ ਜੀ। ਇਹਦੇ ਨਾਲ ਤੁਸੀਂ ਸਹਿਮਤ ਹੋ ਜਾਂ ਨਾਰਾਜ਼ ਹੋ ਆਈ ਡੋਂਟ ਨੋ, ਲੇਕਿਨ ਮੈਂ ਇੱਕ ਸਾਰੀ ਸਿੱਖ ਸੰਗਤ ਵੱਲੋਂ ਇਹ ਮੰਗ ਤੁਹਾਡੇ ਰਾਹੀਂ ਰੱਖਦਾ, ਜੇ ਕੋਈ ਮੇਰੀ ਗੱਲ ਨਾਲ ਸਹਿਮਤ ਹੈ ਉਹਦੀ ਵੀ ਮਿਹਰਬਾਨੀ, ਜਿਹੜਾ ਨਹੀਂ ਸਹਿਮਤ ਉਹਦੀ ਵੀ ਮਿਹਰਬਾਨੀ, ਪਰ ਇਹ ਘੱਟ ਗਿਣਤੀਆਂ ਨਾਲ ਧੱਕਾ ਵਾ ਤੇ ਸਿੱਖਾਂ ਨਾਲ ਖਾਸ ਕਰਕੇ। ਮਿਹਰਬਾਨੀ ਸੋਢੀ ਸਾਹਿਬ, ਘੱਟ ਗਿਣਤੀਆਂ ਨਾਲ ਧੱਕਾ ਵਾ, ਘੱਟ ਗਿਣਤੀਆਂ ਅਸੁਰੱਖਿਅਤ ਇਨਸਿਕਿਉਰ ਫੀਲ ਕਰ ਰਹੀਆਂ ਵਾ, ਇਹਦੇ 'ਚ ਕੋਈ ਸ਼ੱਕ ਨਹੀਂ। ਮੀਨਵਾਈਲ ਦਵਿੰਦਰ ਸਿਆਮ ਸਾਡੇ ਨਾਲ ਇਸ ਵੇਲੇ ਫੇਸਬੁੱਕ ਦੇ ਉੱਪਰ ਜੁੜੇ ਹੋਏ ਨੇ। ਸ਼ੇਰਗਿਲ ਦਾ ਵੀ ਤਾਜ਼ਾ ਕਮੈਂਟ ਆਇਆ ਵਾ। ਮੀਨਵਾਈਲ ਮੈਂ ਗੱਲ ਕਰਨੀ ਚਾਹੁੰਦਾ ਵਾਂ, ਰਾਜਪਾਲ ਸਿੰਘ ਨੇ ਥੋੜ੍ਹੀ ਜੀ ਸ਼ਬਦਾਵਲੀ ਜਿਹੜੀ ਵਰਤੀ ਆ ਉਹ ਕੋਈ ਸਹੀ ਨਹੀਂ, ਆਪੱਤੀਜਨਕ ਸ਼ਬਦਾਵਲੀ ਆ। ਮੈਂ ਰਾਜਪਾਲ ਸਿੰਘ ਨੂੰ ਗੁਜ਼ਾਰਿਸ਼ ਕਰੂੰਗਾ ਕਿ ਫੇਸਬੁੱਕ ਦੇ ਉੱਪਰ ਔਰ ਵੈਸੇ ਵੀ TV ਸ਼ੋਅ ਦੇ ਉੱਪਰ ਇਹੋ ਜਿਹੀ ਕੋਈ ਵੀ ਲੈਂਗੁਏਜ ਕਿਸੇ ਨੂੰ ਮਾੜੀ ਸ਼ਬਦਾਵਲੀ ਦੇ ਵਿੱਚ ਐਡਰੈਸ ਕਰਨਾ ਸਹੀ ਗੱਲ ਨਹੀਂ। ਇਸੇ ਤਰ੍ਹਾਂ ਹੀ ਤਣਾਅ ਵੱਧਦਾ ਸਮਾਜ ਦੇ ਵਿੱਚ ਔਰ ਆਪਾਂ ਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ। ਅਮਰਿੰਦਰ ਸਿੰਘ ਦਿਓਲ ਕਹਿ ਰਹੇ ਨੇ 120 ਏਕੜ ਦੇ ਵਿੱਚ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਬਣਨਾ ਵਾ, ਇਹ 100 ਕਰੋੜ ਖਰਚ ਹੋਣਾ ਵਾ, ਇਹੋ ਹੀ ਲੋਕਾਂ ਦੇ ਹਿੱਤਾਂ ਵਾਸਤੇ ਪੈਸਾ ਵਰਤਿਆ ਜਾ ਸਕਦਾ ਸੀ। ਅਮਰਿੰਦਰ ਸਿੰਘ ਦਿਓਲ ਜੀ ਸਹੀ ਗੱਲ ਹੈ, ਲੇਕਿਨ ਇੱਕ ਸ਼ਰਧਾ ਵੀ ਹੁੰਦੀ ਆ ਔਰ ਮੇਰੇ ਖਿਆਲ ਆਪਾਂ ਹਰ ਚੀਜ਼ ਜਿਹੜੀ ਆ ਉਹਨੂੰ ਇੱਕ ਆਸਥਾ ਵੀ ਹੁੰਦੀ ਆ। ਸੋ ਇਸ ਕਰਕੇ ਇਹ ਨਾ ਕਹੀਏ ਵੀ ਜੇ ਕੋਈ ਫੀਲਿੰਗ ਹੈ ਕਿਸੇ ਦੀ ਤੇ ਉਹ ਧਰਮ ਸਥਾਨ ਤੁਹਾਨੂੰ ਪਤਾ ਹੀ ਆ ਕਿ ਸਾਰੇ ਧਰਮ ਜਿਹੜੇ ਆ ਬਣਾਉਂਦੇ ਰਹਿੰਦੇ ਆ, ਵਾਕਈ ਉਹ ਸਾਰਾ ਹੀ ਪੈਸਾ ਲੋਕਾਂ ਦੇ ਹਿੱਤ ਵਾਸਤੇ ਕੰਮ ਆ ਸਕਦਾ, ਲੇਕਿਨ ਇਹ ਲੋਕਾਂ ਦੀ ਆਸਥਾ ਵਾ, ਲੋਕਾਂ ਦੀ ਮਾਨਤਾ ਵਾ। ਦਵਿੰਦਰ ਬੈਦਵਾਨ, ਸਤਿੰਦਰ ਮਾਹਲ, ਡਿੰਪੀ ਸੈਣੀ ਤੇ ਰਾਣਾ ਪਰਮਜੋਤ ਹੋਰਾਂ ਦੇ ਵੀ ਤਾਜ਼ਾ ਕਮੈਂਟ ਆਏ ਆ। ਡਿੰਪੀ ਸੈਣੀ ਕਹਿ ਰਹੇ ਨੇ ਇੱਕ ਇਮਾਰਤ ਬਣ ਜਾਣ ਨਾਲ ਕੋਈ ਫਰਕ ਨਹੀਂ ਪੈਣਾ, ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਸਾਡਾ ਕਰੈਕਟਰ ਜਿਹੜਾ ਵਾ, ਔਰ ਕਰੈਕਟਰ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ। ਸਾਰੇ ਧਰਮਾਂ ਦੀ ਇੱਜ਼ਤ ਕਰਨੀ ਚਾਹੀਦੀ ਆ ਔਰ ਇਸ ਕੇਸ ਦੇ ਵਿੱਚ ਅਸੀਂ ਦੂਜੇ ਧਰਮਾਂ ਨੂੰ ਦੀ ਰਿਸਪੈਕਟ ਨਾ ਕਰਕੇ ਉਹਨਾਂ ਦੀਆਂ ਆਸਾਂ ਦੇ ਉੱਤੇ ਪੈਰ ਰੱਖ ਕੇ, ਭਾਵਨਾਵਾਂ ਦੇ ਉੱਤੇ ਪੈਰ ਰੱਖ ਕੇ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਚੀਜ਼ ਸਹੀ ਨਹੀਂ। ਇਹ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਦੇਖਦੇ ਕੀ ਕਹਿੰਦੇ ਆ। ਹੈਲੋ ਹੈਲੋ ਭਾਈ ਸਾਹਿਬ, ਤੁਸੀਂ ਔਨ 에ਅਰ ਜੇ। ਔਰ ਇਸ ਕੇਸ ਦੇ ਵਿੱਚ ਕਾਲ ਇੱਕ ਸਾਡੇ ਨਾਲ ਜੁੜੇ ਸੀ, ਉਹ ਡ੍ਰੌਪ ਹੋ ਗਏ। ਰਾਣਾ ਪਰਮਜੋਤ ਸੋਢੀ ਸਾਹਿਬ ਨੂੰ ਪੁੱਛ ਰਹੇ ਨੇ ਰਾਮ ਮੰਦਿਰ ਦਾ ਬਣਨਾ ਸਿੱਖਾਂ ਲਈ ਕਿਵੇਂ ਧੱਕਾ ਹੈ? ਸੋਢੀ ਸਾਹਿਬ ਕਹਿ ਰਹੇ ਨੇ ਮੈਂ ਕਦੋਂ ਕਿਹਾ ਸੀ ਕਿ ਸਿੱਖ ਕੌਮ ਨਾਲ ਧੱਕਾ ਹੈ? ਧਿਆਨ ਨਾਲ ਸੁਣੋ। ਮੈਂ ਗੁਜ਼ਾਰਿਸ਼ ਕਰੂੰਗਾ ਕਿ ਆਪਸ ਦੇ ਵਿੱਚ ਆਪਾਂ ਇਹ ਬਹਿਸੀਏ ਨਾ, ਬਹੁਤ ਵੱਡਾ ਮਸਲਾ ਵਾ ਜਿਹਦੇ ਤੇ ਅਸੀਂ ਡਿਸਕਸ਼ਨ ਕਰ ਰਹੇ ਹਾਂ ਕਿ ਮੁਲਕ ਦੇ ਨੇਤਾ, ਮੁਲਕ ਦੇ ਪ੍ਰਧਾਨ ਮੰਤਰੀ, ਕਿਸੇ ਪ੍ਰਾਂਤ ਦੇ ਮੁੱਖ ਮੰਤਰੀ, ਉਹਨਾਂ ਨੂੰ ਜਿਹੜੇ ਵੀ ਧਰਮ ਦੇ ਉਹ ਹੋਣ, ਉਹਨਾਂ ਨੂੰ ਧਰਮ ਨਿਰਪੱਖਤਾ ਤੋਂ ਉੱਤੇ ਉੱਠ ਕੇ ਆਪਣੀ ਧਰਮ ਦੀ ਮਾਨਤਾ ਜਿਹੜੀ ਆ ਉਹ ਇੰਨੀ ਪਬਲਿਕਲੀ ਕਰਨੀ ਚਾਹੀਦੀ ਹੈ। ਇਹ ਆਪਣੇ ਵੀ ਲੋਕੀ ਇੱਥੇ ਬਹੁਤ ਕਰਦੇ ਆ ਔਰ ਮੈਂ ਹਮੇਸ਼ਾ ਕਹਿੰਦਾ ਰਹਿੰਦਾ ਵਾਂ ਵੀ ਧਰਮ ਤੁਸੀਂ ਜ਼ਰੂਰ ਆਪਣਾ ਧਰਮ ਦੇ ਵਿੱਚ ਵਿਸ਼ਵਾਸ ਰੱਖੋ, ਆਪਣੇ ਧਰਮ ਦੀ ਇੱਜ਼ਤ ਕਰੋ, ਮਾਨਤਾ ਰੱਖੋ, ਲੇਕਿਨ ਇੱਕ ਪਬਲਿਕ ਡਿਸਪਲੇ ਆਫ ਰਿਲੀਜੀਅਸ ਫੀਲਿੰਗਸ ਜਿਹੜੀ ਆ ਉਹ ਸਹੀ ਨਹੀਂ, ਸਪੈਸ਼ਲੀ ਜੇ ਤੁਸੀਂ ਇੱਕ ਪਬਲਿਕ ਅਹੁਦੇ ਦੇ ਉੱਤੇ ਜੇ। ਸੋ ਇਸੇ ਤਰ੍ਹਾਂ ਹੀ ਮੇਰਾ ਮੰਨਣਾ ਵਾ
कि जिस तरीके नाल कल प्रधानमंत्री इस फंक्शन वास्ते गए वो शायद मेरे हिसाब दे नाल सही नहीं सी। और एक प्रधानमंत्री जिहड़े ने या तो तुसीं इहो ही काम सारे धर्मां वास्ते करो, ਜਦੋਂ भी किसी का कोई फंक्शन हो उत्थे जरूर जाओ। मेरा अपना मनना वा कि जो स्टेट की अपनी कोई रिलीजन नहीं, स्टेट सारिया रिलीजन नूं बराबर मनती है और सारिਆਂ ਦੀ इज्जत करती है, तो फिर ਜਿਹੜੇ ਸਾਡੇ लीडर ने उन्होंने भी सोच समझ के अपनी जी धार्मिक फीलिंग आ ਉਹਨੂੰ ਬਾਹਰ ਉਜਾਗਰ ਕਰਨਾ ਚਾਹੀਦਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਰਜਿੰਦਰ ਜੀ। ਗੱਲ ਏਦਾਂ ਸੰਧੂ ਸਾਹਿਬ ਜੀ, ਕਿਸੇ ਵੀ ਧਰਮ ਨੂੰ ਨਿੰਦਣਾ ਨਹੀਂ ਚਾਹੀਦਾ। ਚਲੋ ਉਹ ਉੱਥੇ ਉਦਘਾਟਨ ਕਰਨ ਗਏ ਮੋਦੀ ਸਾਹਿਬ ਜੀ, ਤੇ ਉਹ ਕੋਰੀਡੋਰ ਤੇ ਵੀ ਆਪਣੇ ਉਦਘਾਟਨ ਕਰਨ ਆਏ ਹੀ। ਇਦਾਂ ਦੇ ਵਿਚਾਰ ਲੋਕਾਂ ਦੇ ਨਹੀਂ ਕਿਸੇ ਦੇ ਕ੍ਰਿਟੀਕਲ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦਾ ਉਹ ਸਿੱਖ ਧਰਮ ਦੇ ਕੋਰੀਡੋਰ ਓਪਨ ਕਰਨ ਲਈ ਆ ਸਕਦੇ ਆ। ਉਹ ਆਪਣਾ ਧਰਮ ਹੈ ਉਹਨਾਂ ਦਾ ਜੀ, ਉਹਦੇ ਲਈ ਉਹਨਾਂ ਨੂੰ ਖੁਸ਼ੀ ਨਾਲ ਗਏ ਆ। ਕਿਸੇ ਨੂੰ ਕ੍ਰਿਟੀਸਾਈਜ਼ ਕਰਨ ਦੀ ਜ਼ਰੂਰਤ ਨਹੀਂ ਕਿ ਕਿਸੇ ਆਪਣੇ ਘੱਟ ਗਿਣਤੀਆਂ ਨੂੰ ਖਤਰਾ ਇਹਦੇ ਬਾਰੇ ਜੀ। ਇਹ ਘੱਟ ਗਿਣਤੀਆਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਵੀ ਸਾਨੂੰ ਖਤਰਾ ਕਿੱਦਾਂ ਪੈਦਾ ਕੀਤਾ, ਇਹਨੇ ਆਪ ਪੈਦਾ ਕੀਤਾ, ਆਪ ਡਿਵਾਈਡ ਹੋ ਕੇ ਜੀ। ਜੇਕਰ ਸੋਚਿਆ ਜਾਵੇ, ਪਹਿਲੀ ਗੱਲ ਤਾਂ ਇਹ ਰਾਮ ਕਿਤੇ ਵੀ ਰਾਮਚੰਦਰ ਨਹੀਂ ਕਿਤੇ ਲਿਖਿਆ। ਕਦੀ ਲਿਖਦੇ ਆ ਕੱਲਾ ਰਾਮ ਲਿਖਦੇ, ਰਾਮ ਕਦੀ ਵੀ ਕਿਤੇ ਰਾਮਚੰਦਰ ਆਇਆ ਉਹਦਾ ਨਾਂ ਰਾਮਚੰਦਰ ਸੀ ਜੀ। ਬਹੁਤ ਡੂੰਘੀ ਸੋਚਣ ਵਾਲੀ ਗੱਲ ਆ। ਪਤਾ ਨਹੀਂ ਮੈਨੂੰ ਤੁਸੀਂ ਇਹ ਵਿਚਾਰ ਨਾਲ ਸਹਿਮਤ ਹੋਵੋਗੇ ਕਿ ਨਹੀਂ, ਹੋਰ ਵੀ ਸਹਿਮਤ ਹੋਣਗੇ ਕਿ ਨਹੀਂ। ਕਿਤੇ ਵੀ ਰਾਮਚੰਦਰ ਨਹੀਂ ਲਿਖਿਆ ਗਿਆ। ਰਾਈਟ। ਰਾਮ ਇੱਕ ਸਮਝ ਲਓ ਕਿ ਜਿੱਦਾਂ ਕਿਸੇ ਨੂੰ ਕਹਦੇ ਵੀ ਰਾਮ ਕਰਨ ਵਾਲੀ ਚੀਜ਼ ਆ ਕੇ ਤੁਹਾਨੂੰ ਆਨੰਦ ਆਊਗਾ ਜੀ, ਉਹ ਚੀਜ਼ ਯੂਜ਼ ਕੀਤੀ ਗਈ ਆ, ਨਾ ਕਿ ਰਾਮਚੰਦਰ ਯੂਜ਼ ਕੀਤਾ ਗਿਆ ਕਿਤੇ ਵੀ। ਕਿਤੇ ਇਹਨਾਂ ਦੀ ਡੇਟ ਆਫ ਬਰਥ ਇਹ ਉੱਥੇ ਹੁਣ ਲਾਉਣਗੇ ਬਾਹਰ, ਕਦੋਂ ਜੰਮਿਆ ਸੀ, ਕਦੋਂ ਮਰਿਆ ਸੀ ਜੀ। ਹੈ ਕਿਸੇ ਕੋ ਕੋਈ ਆਈਡੀਆ? ਹੈ ਮੋਦੀ ਕੋ ਆਈਡੀਆ? ਹੈ ਕਿਸੇ RSS ਕੋ ਆਈਡੀਆ? ਹੈ ਕਿਸੇ ਸਿੱਖ ਕੋ ਆਈਡੀਆ ਕਿ ਉਹ ਕਦੋਂ ਜੰਮਿਆ ਸੀ ਤੇ ਕਦੋਂ ਉਹ ਮਰਿਆ ਜੀ? ਹੈ ਕਿਸੇ ਕੋ ਆਈਡੀਆ? ਜਦੋਂ ਕੋਈ ਸਾਰੀ ਕਰਦੇ ਬਿਲਡਿੰਗ ਦੀ, ਉਹ ਬਿਲਡਿੰਗ ਦੇ ਸਾਹਮਣੇ ਜ਼ਰੂਰ ਲਿਖਿਆ ਜਾਣਾ ਚਾਹੀਦਾ ਇੰਨੀ ਸਾਲ ਤੋਂ ਕੋਈ ਬੰਦਾ ਮਰਦਾ, ਉਹਦੀ ਸ਼ਮਸ਼ਾਨ ਘਾਟ ਦੇ ਵਿੱਚ ਵੀ ਇੰਨੀ ਸਾਲ ਤੋਂ ਇੰਨੀ ਤਰੀਕ ਤੱਕ ਇਹ ਬੰਦਾ ਇੱਥੇ ਦੁਨੀਆ ਤੇ ਆਇਆ। ਯਾਦਗਾਰ ਬਣਾਉਣੀ ਆ। ਯਾਦਗਾਰ ਐਵੇਂ ਨਹੀਂ ਬਣ ਜਾਂਦੀ ਜੀ, ਗੱਲਾਂ ਨਾਲ ਨਹੀਂ ਬਣ ਜਾਂਦੀ ਕਿ ਇਮਾਰਤ ਬਣਾ ਦਿਓ ਉੱਥੇ ਲੋਕੀ ਚੜਾਵਾ ਚੜਾਉਣ ਤੇ ਇੱਕ ਲੋਕਾਂ ਨੂੰ ਲੁੱਟਣ ਵਾਲਾ ਇੱਕ ਸਾਧਨ ਆ, ਨਾ ਕਿ ਲੋਕਾਂ ਲਈ ਕਿਸੇ ਲਈ ਫਾਇਦਾ, ਨਾ ਹਿੰਦੂਆਂ ਲਈ ਫਾਇਦਾ, ਨਾ ਹੋਰ ਕਿਸੇ ਲਈ ਫਾਇਦਾ। ਇਹ ਗੱਲਾਂ ਬਹੁਤ ਸੋਚਣ ਵਾਲੀਆਂ ਗੱਲਾਂ ਕਿ ਘੱਟ ਗਿਣਤੀ ਨਾਲ ਉੱਥੇ ਕੋਈ ਮਤਲਬ ਨਹੀਂ ਬਣਦਾ ਕਿ ਉਹਨਾਂ ਨੂੰ ਆਪਣਾ ਬੇਸ ਬਣਾਉਣਾ ਕਿ ਅਸੀਂ ਪੈਸਾ ਕਿੱਦਾਂ ਇਕੱਠਾ ਕਰਨਾ। ਹਿੰਦੂ ਕਮਿਊਨਿਟੀ ਬਹੁਤ ਆ, 75% ਹਿੰਦੂ ਕਮਿਊਨਿਟੀ ਆ। ਕੋਈ ਨਾ ਕੋਈ ਜਿੱਦਾਂ ਹੁਣ ਬਾਹਰੋਂ ਅਸੀਂ ਜਾਂਦੇ ਹਾਂ, ਬਾਹਰੋਂ ਕਰਤਾਰਪੁਰ ਸਾਹਿਬ ਜਾਂਦੇ ਹਾਂ ਆਪਾਂ, ਸਾਡੀ ਸ਼ਰਧਾ ਆ। ਉਹ ਲੋਕਾਂ 'ਚ ਸ਼ਰਧਾ ਪੈਦਾ ਕਰਨ ਲਈ ਇੱਕ ਚੀਜ਼ ਐਸਾ ਬੇਸ ਬਣਾ ਦਿਓ ਕਿ ਦੁਨੀਆ ਤੋਂ ਬਾਹਰੋਂ ਵੀ ਜਿੰਨੇ ਵੀ ਹਿੰਦੂ ਬੈਠੇ ਆ ਜਾਂ ਹਿੰਦੁਸਤਾਨ 'ਚ ਵੀ ਹਿੰਦੂ ਬੈਠੇ ਆ ਤੇ ਉਹ ਆ ਕੇ ਇੱਥੇ ਮੱਥਾ ਟੇਕਣ ਤੇ ਆਪਣਾ ਜੋ ਵੀ ਪੂਜਾ ਪਾਠ ਕਰਾਉਣ ਤੇ ਸਾਨੂੰ ਕੋਈ ਨਾ ਕੁਛ ਖੱਟੀ ਹੋਵੇ। ਹੋਰ ਸਭ ਬਿਜ਼ਨਸ ਆ ਸੰਧੂ ਸਾਹਿਬ ਜੀ। ਮਿਹਰਬਾਨੀ। ਜਿੱਦਣ ਇਹ ਲਿਖ ਦੇਣਗੇ ਨਾ ਇੰਨੀ ਸਾਲ ਤੋਂ ਇੰਨੀ ਸਾਲ ਤੱਕ ਇਸ ਬਿਲਡਿੰਗ ਦੇ ਮੂਹਰੇ, ਤਾਂ ਮੈਂ ਕਦੀ ਤੁਹਾਨੂੰ ਮੁੜ ਕੇ ਫੋਨ ਨਹੀਂ ਕਰੂੰਗਾ। ਥੈਂਕ ਯੂ ਨਹੀਂ ਜੀ, ਫੋਨ ਸਾਨੂੰ ਕਰਦੇ ਰਹੋ ਤੁਸੀਂ। ਇਹ ਨਹੀਂ ਗੱਲ, ਆਪਾਂ ਇੱਕ ਫੰਕਸ਼ਨ ਪ੍ਰੋਗਰਾਮ ਦੇ ਵਿੱਚ ਇੱਕ ਡਿਸਕਸ਼ਨ ਕਰਨੀ ਹੁੰਦੀ ਆ। ਮਨਮੋਹਨ ਸਿੰਘ ਪੰਬਰਾ ਦਾ ਕਹਿਣਾ ਵਾ ਕਿ ਉਹਨਾਂ ਨੂੰ ਨਹੀਂ ਸੀ ਉੱਥੇ ਜਾਣਾ ਚਾਹੀਦਾ, ਇਹ ਉਹਨਾਂ ਦਾ ਵਿਚਾਰ ਆ। ਮਿਸਕੀ ਗੁਪਤਾ ਕਹਿ ਰਹੇ ਨੇ ਕਿ 300 ਸਾਲਾ ਖਾਲਸਾ ਸਾਜਨਾ ਦਿਵਸ ਤੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਆਏ ਸਨ ਔਰ ਉਹ ਹੁਣ ਕਰਤਾਰਪੁਰ ਸਾਹਿਬ ਲਾਂਘੇ ਵਾਸਤੇ ਵੀ ਆਏ ਸਨ। ਔਰ ਸਾਧੂ ਸਿੰਘ ਸੰਧੂ ਕਹਿ ਰਹੇ ਨੇ ਕਿਸੇ ਦਾ ਘਰ ਉਜਾੜ ਕੇ ਆਪਣੀ ਆਸਥਾ ਨੂੰ ਪੂਰਾ ਕਰਨ ਨਾਲ ਕੀ ਰਾਮ ਜੀ ਬਹੁਤ ਖੁਸ਼ ਹੋ ਜਾਣਗੇ। ਮੈਂ ਮੰਦਰ ਉਸਾਰਨਾ, ਜੇ ਮੰਦਰ ਉਸਾਰਨਾ ਸੀ ਤੇ ਨਾਲ ਮਸਜਿਦ ਵੀ ਬਣਾਉਣੀ ਚਾਹੀਦੀ ਸੀ। ਇਹ ਸਾਧੂ ਸਿੰਘ ਸੰਧੂ ਹੁਣਾਂ ਦਾ ਵਿਚਾਰ ਆ। ਮਿਸਕੀ ਗੁਪਤਾ ਕਹਿ ਰਹੇ ਨੇ ਕਿ ਉਹਨਾਂ ਦੇ ਖਿਆਲ ਦੇ ਨਾਲ ਕੁਝ ਹੱਦ ਤੱਕ ਸਦਭਾਵਨਾ ਜਿਹੜੀ ਆ ਇਸ ਰਾਮ ਜਨਮ ਭੂਮੀ ਮੰਦਰ ਦੀ ਉਸਾਰੀ ਨਾਲ ਵਧੂਗੀ। ਇਹ ਉਹਨਾਂ ਦਾ ਵਿਚਾਰ ਹੈ। ਆਲਮੋਸਟ ਕਰੀਬ 60 ਦੇ ਕਰੀਬ ਸਾਡੇ ਫੇਸਬੁੱਕ ਦੇ ਉੱਪਰ ਕਮੈਂਟਸ ਆਏ ਆ। ਬਹੁਤ ਵਧੀਆ ਰਿਸਪੌਂਸ ਅੱਜ ਦੇ ਸ਼ੋਅ ਨੂੰ ਆ ਰਿਹਾ ਵਾ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੀ ਇਹ ਡਿਸਕਸ਼ਨ ਹੋ ਰਹੀ ਹੈ। ਮੈਂ ਚਾਹੂੰਗਾ ਕਿ ਹਿੰਦੂ ਭਾਈਚਾਰੇ ਦੇ ਲੋਕ, ਔਰਤਾਂ ਵੀ ਜ਼ਰੂਰ ਕਾਲ ਕਰਕੇ ਜਾਂ ਫੇਸਬੁੱਕ ਦੇ ਉੱਪਰ ਆਪਣੇ ਵਿਚਾਰ ਦੱਸਣ।
ਇਹ ਇੱਕ ਖੁੱਲਾ ਪ੍ਰੋਗਰਾਮ ਹੈ, ਸਾਰਿਆਂ ਦਾ ਪ੍ਰੋਗਰਾਮ, ਸਾਂਝਾ ਪ੍ਰੋਗਰਾਮ ਹੈ ਔਰ ਮੈਂ ਚਾਹੂੰਗਾ ਕਿ ਹਰ ਤਰ੍ਹਾਂ ਦੇ ਵਿਚਾਰ ਇਹਦੇ 'ਚ ਜ਼ਰੂਰ ਆਉਣ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ ਸੰਧੂ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਗਟ ਜੀ। ਉਹ ਇਦਾਂ ਜੀ, ਮੈਂ ਸੁਣਦਾ ਨਾ ਕਦੀ ਕਦੀ ਸਵੇਰੇ ਉੱਠ ਕੇ ਰਾਮ ਰਾਮ ਕਰਦਾ ਸਭ ਜੱਗ ਫਿਰੇ ਤੇ ਰਾਮ ਨਾ ਪਾਇਆ ਜਾਏ ਜੀ। ਭਾਈ ਬਲਵਿੰਦਰ ਸਿੰਘ ਰੰਗੀਲਾ ਦਾ ਬਹੁਤ ਵਧੀਆ ਸ਼ਬਦ ਪੜਿਆ ਹੋਇਆ ਜੀ। ਤੇ ਉਹਨਾਂ ਨਾਲ ਵਿਆਖਿਆ ਵੀ ਕੀਤੀ ਵੀ ਮੰਦਿਰ 'ਚ ਜਿਹੜਾ ਰੋਜ਼ ਰਹਿਣ ਵਾਲਾ ਪੰਡਤ ਸੀ ਉਹ ਇਹ ਸੁਣਾਉਂਦਾ ਸੀ ਤੇ ਗੁਜਰੀ ਲਾਗੋਂ ਦੀ ਲੰਘਣ ਡਈ ਤੇ ਉਹਨੇ ਸੁਣ ਲਿਆ ਵੀ ਇਹਨਾਂ ਦੇ ਤਰ ਜਾਈਦਾ ਰਾਮ ਰਾਮ ਕਹਿ ਕੇ। ਤੇ ਉਹ ਦਰਿਆ ਪਾਰ ਕਰਕੇ ਆਉਂਦੀ ਸੀ ਤੇ ਉਹ ਉਦਾਂ ਲੰਘਣ ਲੱਗ ਪਈ ਤੇ ਮੁੜ ਕੇ ਪੰਡਤ ਨੂੰ ਵੀ ਪੁੱਛਣ ਲੱਗ ਪਈ ਵੀ ਆ ਤੈਨੂੰ ਮੈਂ ਘਰ ਖੜ ਕੇ ਪੁੱਛਣਾ ਵੀ ਤੇਰੇ ਕਰਕੇ ਮੈਂ ਤਰ ਗਈ ਹਾਂ। ਤੇ ਉਹਨੇ ਸੱਚੇ ਮਨੋਂ ਕੀਤਾ ਤੇ ਉਹ ਆਖੇ ਵੀ ਮੈਂ ਲੰਘ ਜਾਂਦੀ ਤੇ ਪੰਡਤ ਡਰੇ ਵੀ ਮੈਂ ਰੁੜ ਨਾ ਜਾਵਾਂ। ਇਹੋ ਗੱਲ ਹੈ ਵੀ ਰਾਮ ਹੋਵੇ, ਸਤਿਗੁਰੂ ਹੋਵੇ, ਅੱਲਾ ਹੋਵੇ, ਕੋਈ ਧਰਮ ਨਹੀਂ ਸਿਖਾਉਂਦਾ ਆਪਸ ਵਿੱਚ ਵੈਰ ਕਰਨਾ। ਸਹੀ ਗੱਲ। ਤੇ ਵਾਹਿਗੁਰੂ ਕਿਰਪਾ ਕਰੇ। ਚਲੋ ਜਦੋਂ ਪ੍ਰਧਾਨ ਮੰਤਰੀ ਹੁੰਦਾ ਉਹ ਸਾਰੇ ਦੇਸ਼ ਦਾ ਹੁੰਦਾ ਜੀ, ਉਹਨੇ ਸਹੁੰ ਖਾਧੀ ਹੁੰਦੀ ਹੈ, ਨਾ ਕਿ ਧਰਮ ਵਾਸਤੇ ਖਾਧੀ ਹੁੰਦੀ ਹੈ ਜੀ। ਕੀ ਪਤਾ ਅੱਗੇ 2000 ਬੰਦਾ ਮਰ ਗਿਆ ਸੀ ਉਦੋਂ, ਇੰਨੇ ਚਿਰ ਕੇਸ ਚੱਲਿਆ, ਕੀ ਪਤਾ ਇਸੇ ਨਾਲ ਭਲਾ ਹੋ ਜਾਏ। ਦੁਆਵਾਂ ਕਰਨੀਆਂ ਚਾਹੀਦੀਆਂ। ਪਹਿਲਾਂ ਇੰਨੀ ਸੋਚ, ਹੁਣ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣ ਲੱਗੀ ਅੰਮ੍ਰਿਤਸਰ ਜੀ, ਉਦੋਂ RSS ਵਾਲਿਆਂ ਕਿੰਨਾ ਡੱਕਾ ਪਾਇਆ ਹੈਗਾ ਜੀ, ਜਾਂ ਇਹਨਾਂ ਜਨਸੰਘੀਆਂ ਨੇ ਜੀ। ਤੇ ਉੱਥੇ ਇਹ ਨਹੀਂ ਆਂਦੇ ਵੀ ਹੁਣ ਹਿੰਦੂਆਂ ਦੇ ਬੱਚੇ ਜਾਂ ਹੋਰ ਕਿਸੇ ਕੌਮ ਦੇ ਨਾਂ ਪੜ੍ਹਨ। ਜੀ ਜੀ। ਤੇ ਦੁਆਵਾਂ ਕਰਨੀਆਂ ਚਾਹੀਦੀਆਂ। ਵੇਖੋ ਹੋ ਰਿਹਾ ਇਹਦੇ ਨਾਲ ਹੀ ਭਲਾ ਹੋ ਜਾਏ। ਜੇ ਕੋਈ ਗਲਤ ਕੰਮ ਕਰਨਗੇ ਤੇ ਇਤਿਹਾਸ ਨੇ ਕਦੀ ਮਾਫ ਨਹੀਂ ਕਰਨਾ। ਧੰਨਵਾਦ ਜੀ। ਮਿਹਰਬਾਨੀ ਜੀ, ਮਿਹਰਬਾਨੀ। ਹਰਿੰਦਰ ਖੱਟਰਾ ਕਹਿ ਰਹੇ ਨੇ ਕਿ ਇਕਬਾਲ ਸਿੰਘ ਬਾਰੇ ਵੀ ਬੋਲੋ। ਦੇਖੋ, ਪਟਨਾ ਸਾਹਿਬ ਦੇ ਗੁਰਦੁਆਰੇ, ਪਟਨਾ ਸਾਹਿਬ ਦੇ ਜਿਹੜੇ ਜਥੇਦਾਰ ਆ ਉਹਨਾਂ ਦੇ ਵਿਵਾਦਿਕ ਬੜਾ ਇੱਕ ਕਮੈਂਟ ਦਿੱਤਾ ਵਾ। ਮੇਰਾ ਆਪਣਾ ਵਿਚਾਰ ਆ ਕਿ ਕਦੀ ਵੀ ਜਿਹੜੀ ਚੀਜ਼ ਦੀ ਸਾਨੂੰ ਕੋਈ ਜਾਣਕਾਰੀ ਨਾ ਹੋਵੇ, ਕੋਈ ਜ਼ਰੂਰੀ ਨਹੀਂ ਵੀ ਜ਼ਰੂਰ ਉਹਦੇ ਬਾਰੇ ਬੋਲਣਾ ਚਾਹੀਦਾ ਵਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਜਿੱਥੇ ਆਪਾਂ ਸਹੀ ਨਾ ਹੋਈਏ ਉੱਥੇ ਆਪਣੀ ਗਲਤੀ ਵੀ ਮੰਨ ਲੈਣੀ ਚਾਹੀਦੀ ਆ। ਲੇਕਿਨ ਇਹੋ ਜਿਹਾ ਕਦੀ ਕੋਈ ਕਮੈਂਟ ਨਹੀਂ ਦੇਣਾ ਚਾਹੀਦਾ ਜਿਹਦੇ ਹਿਸਟੋਰਿਕ ਫੈਕਟਸ ਦਾ ਪਤਾ ਨਾ ਹੋਵੇ, ਇਤਿਹਾਸਿਕ ਬੈਕਗਰਾਊਂਡ ਦਾ ਪਤਾ ਨਾ ਹੋਵੇ ਔਰ ਜਿਹਦੇ ਨਾਲ ਲੱਗੇ ਵੀ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੂਗਾ। ਇਹਦੇ 'ਤੇ ਸਾਨੂੰ ਹਮੇਸ਼ਾ ਖਿਆਲ ਕਰਨਾ ਚਾਹੀਦਾ। ਦਵਿੰਦਰ ਬੈਦਵਾਨ ਵੀ ਇਸ ਵੇਲੇ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜੇ ਹੋਏ ਨੇ। ਬਹੁਤ ਇੰਪੋਰਟੈਂਟ ਮਸਲੇ 'ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜਿਹੜੇ ਸ਼੍ਰੀ ਰਾਮ ਮੰਦਿਰ ਦੀ ਉਸਾਰੀ ਅਯੋਧਿਆ ਜਿਹੜੀ ਸ਼ੁਰੂ ਹੋਈ ਆ, ਕੀ ਇਹਦੇ ਨਾਲ ਮੁਲਕ ਦੀ ਏਕਤਾ ਅਖੰਡਤਾ ਵਧੂਗੀ? ਕੀ ਇਹਦੇ ਨਾਲ ਰਾਮ ਰਾਜ ਆ ਸਕੂਗਾ? ਕੀ ਇਹਦੇ ਨਾਲ ਸਾਡੀ ਆਰਥਿਕ ਵਿਵਸਥਾ, ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ, ਉਹਦੇ 'ਚ ਵਾਧਾ ਹੋਊਗਾ? ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ। ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਮੈਂ ਦੁਬਾਰਾ ਆਇਆ। ਹਾਂਜੀ ਹਾਂਜੀ, ਬਰੀਫ ਸੋਢੀ ਸਾਹਿਬ। ਬਿਲਕੁਲ ਬਰੀਫ। ਮੈਂ ਤਾਂ ਇੱਕ ਨਾ ਆਪਣਾ ਆਪਣੇ ਨੂੰ ਪਰਮਜੋਤ ਨੂੰ ਬੇਨਤੀ ਕਰਨੀ ਵੀ ਮੇਰਾ ਪ੍ਰੋਗਰਾਮ ਦੁਬਾਰਾ ਜਦੋਂ ਤੁਹਾਡਾ ਪ੍ਰੋਗਰਾਮ ਖਤਮ ਹੋ ਜਾਏ ਇੱਕ ਵਾਰੀ ਰਿਮਾਈਂਡ ਕਰਕੇ ਸੁਣ ਲਵੇ ਵੀ ਮੈਂ ਨਹੀਂ ਕਿਹਾ ਮੰਦਿਰ ਦਾ। ਮੈਂ ਤੇ ਕਹਿ ਰਿਹਾ ਵੀ ਜੇ ਗੁਰਦੁਆਰੇ ਨਹੀਂ ਦੁਬਾਰਾ ਬਣਾਏ ਜਾਂਦੇ ਤੇ ਸਿੱਖ ਕੌਮ ਨਾਲ ਧੱਕਾ। ਨੰਬਰ 1। ਨੰਬਰ 2, ਨਿਊਯਾਰਕ ਵਾਲੇ ਰਜਿੰਦਰ ਭਾਜੀ ਨੇ ਬਹੁਤ ਵਧੀਆ ਸਿਰੇ ਦੀਆਂ ਗੱਲਾਂ ਕੀਤੀਆਂ, ਪਰ ਇੱਕ ਕੰਮ ਅਖੀਰ ਤੇ ਜਾ ਕੇ ਨਾ ਉਹ ਦੁੱਧ ਚ ਕਾਂਜੀ ਪਾਉਣ ਵਾਲਾ ਕਰ ਗਏ ਆ। ਕਹਿੰਦੇ ਵੀ ਉਹ ਮੋਦੀ ਉੱਥੇ ਚਲਾ ਗਿਆ ਤੇ ਫੇਰ ਕੀ ਹੋਇਆ, ਕਿਸੇ ਨੂੰ ਕੀ ਇਤਰਾਜ਼ ਆ? ਮੈਂ ਇਹ ਗੱਲ ਕਹਿੰਦਾ ਵੀ ਮੋਦੀ ਦੇ ਜਾਣ ਦਾ ਕੋਈ ਇਤਰਾਜ਼ ਨਹੀਂ। ਜੇ ਐਜੇ ਮੋਦੀ ਜਾਵੇ, ਨਰਿੰਦਰ ਕੀ ਨਾਮ ਮੋਦੀ ਸਾਹਿਬ ਜਾਣ, ਨਰਿੰਦਰ ਦਮੋਦਰ ਦਾਸ ਜਦੋਂ ਪ੍ਰਾਈਮ ਮਿਨਿਸਟਰ ਆਫ ਇੰਡੀਆ ਜਾਵੇ ਤਾਂ ਉਦੋਂ ਇਤਰਾਜ਼ ਤਾਂ ਬਣ ਜਾਂਦਾ ਵੀ ਜਦੋਂ ਆਪਾਂ ਸਹੁੰ ਚੱਕੀ ਵੀ ਤੇ ਆਪਾਂ ਕਿਹਾ ਸੀ ਹਮ ਮੁੱदों की राजनीति करने आए हैं, धर्म की राजनीति नहीं करने आए। 2014-13 में ਇਹਨਾਂ ਦੇ ਬਿਆਨ ਪੜ੍ਹ ਲਓ। ਜੇ ਉਹਨੇ ਮੁੱਦਿਆਂ ਦੀ ਰਾਜਨੀਤੀ ਕਰਨ ਆਏ ਤਾਂ ਹੁਣ ਧਰਮ ਦੀ ਕੀ ਲੈਣ ਚੱਲ ਗਏ? ਮਿਹਰਬਾਨੀ ਸੋਢੀ ਸਾਹਿਬ। ਸੁਖਵਿੰਦਰ ਸਿੰਘ ਸਿਆੜ ਵੀ ਸਾਡੇ ਨਾਲ ਜੁੜ ਗਏ ਨੇ। ਹੈਰੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ। ਮਿਹਰਬਾਨੀ ਹੈਰੀ। ਦਵਿੰਦਰ ਬੈਦਵਾਨ ਦਾ ਵੀ ਤਾਜ਼ਾ ਕਮੈਂਟ ਫੇਸਬੁੱਕ ਦੇ ਉੱਪਰ ਆਇਆ ਵਾ। ਮੈਂ ਦੋ ਗੱਲਾਂ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਵਾਂ। ਇੱਕ ਤੇ ਸਾਨੂੰ ਇਤਿਹਾਸ ਨੂੰ ਆਪਣੇ ਤਰੀਕੇ ਨਾਲ ਦੁਬਾਰਾ ਲਿਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇੱਕ ਵਰਕਾ ਫਾੜ ਕੇ ਉਹਦੇ 'ਚ ਇੱਕ ਵਰਕਾ ਪਾ ਕੇ ਆਪਾਂ ਇਤਿਹਾਸ ਬਦਲ ਨਹੀਂ ਸਕਦੇ। ਇਤਿਹਾਸ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਇਤਿਹਾਸ ਆਪਣੇ ਆਪ ਲਿਖਿਆ ਜਾਂਦਾ ਵਾ ਔਰ ਲਿਖਿਆ ਜਾਣਾ ਚਾਹੀਦਾ ਵਾ, ਲਿਖਣ ਦੇਣਾ ਚਾਹੀਦਾ ਵਾ। ਔਰ ਇਹੋ ਹੀ ਕੋਸ਼ਿਸ਼ਾਂ ਹੋ ਰਹੀਆਂ ਵਾ ਕਿ ਇੱਕ ਇਮਾਰਤ ਨੂੰ
ਇੱਕ ਇਮਾਰਤ ਜਿਹਦੇ ਵਿੱਚ ਬਹੁਤ ਲੋਕਾਂ ਦਾ ਵਿਸ਼ਵਾਸ ਜੁੜਿਆ ਵਾ ਉਹਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਦੀ ਕੋਸ਼ਿਸ਼ ਕਰਨੀ, ਜਾਂ ਇੱਕ ਬਾਹਰਲੇ ਮੁਲਕਾਂ 'ਚ ਵੀ ਹੋ ਰਿਹਾ ਵਾ ਉੱਥੇ ਇੱਕ ਸਟੈਚੂ ਨੂੰ ਥੱਲੇ ਡੇਗ ਕੇ ਉਹਦੇ ਥਾਂ ਤੇ ਕੁਝ ਹੋਰ ਚੀਜ਼ ਸ਼ੁਰੂ ਕਰਨੀ। ਇਹ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਜਾਂ ਸੜਕਾਂ ਦੇ ਨਾਂ ਦੁਬਾਰਾ ਰੱਖਣੇ ਜਾਂ ਸ਼ਹਿਰਾਂ ਦੇ ਨਾਂ ਦੁਬਾਰਾ ਰੱਖਣੇ, ਇਹ ਅਸੀਂ ਇਤਿਹਾਸ ਨਾਲ ਛੇੜਛਾੜ ਕਰ ਰਹੇ ਹਾਂ। ਜੇ ਕੋਈ ਇਤਿਹਾਸ ਦਾ ਸਾਨੂੰ ਵਰਕਾ ਜਾਂ ਇਤਿਹਾਸ ਦਾ ਕੋਈ ਵਾਕਿਆ ਸਾਨੂੰ ਪਸੰਦ ਨਹੀਂ ਤੇ ਉਹਦੇ ਤੋਂ ਅਸੀਂ ਸਬਕ ਲੈਣਾ ਚਾਹੀਦਾ ਵਾ ਵੀ ਇਹ ਆਪਾਂ ਇਹ ਗਲਤੀ ਨਾ ਦੁਹਰਾਈਏ, ਨਾ ਕਿ ਅਸੀਂ ਇਤਿਹਾਸ ਜਿਹੜਾ ਵਾ ਉਹਨੂੰ ਬਦਲਣ ਦੀ ਕੋਸ਼ਿਸ਼ ਕਰੀਏ। ਮੀਨਵਾਈਲ ਸਿਕੰਦਰ ਸਿੰਘ ਔਜਲਾ ਵੀ ਸਾਡੇ ਨਾਲ ਜੁੜ ਗਏ ਨੇ, ਸਾਡੇ ਪ੍ਰੋਗਰਾਮ ਦੀ ਤਾਰੀਫ ਕਰ ਰਹੇ ਨੇ। ਸਿਕੰਦਰ ਸਿੰਘ ਔਜਲਾ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਇੰਪੋਰਟੈਂਟ ਮਸਲੇ ਤੇ ਡਿਸਕਸ਼ਨ ਕਰ ਰਹੇ ਹਾਂ ਔਰ ਦੇਖਦੇ ਹਾਂ ਕਿ ਸਾਡੇ ਅਗਲੇ ਕਾਲਰ ਇਸ ਮਸਲੇ ਤੇ ਕਿ ਕੀ ਰਾਮ ਮੰਦਿਰ ਦੀ ਉਸਾਰੀ ਨਾਲ ਮੁਲਕ 'ਚ ਵਾਕਈ ਰਾਮ ਰਾਜ ਆਊਗਾ, ਏਕਤਾ ਬਰਕਰਾਰ ਰਹੂਗੀ। ਦੇਖਦੇ ਹਾਂ ਅਗਲੇ ਕਾਲਰ ਕੀ ਕਹਿੰਦੇ। ਹੈਲੋ ਹੈਲੋ ਭਾਈ ਸਾਹਿਬ, ਤੁਸੀਂ ਔਨ 에ਅਰ ਜੇ। ਓਕੇ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਹਰਭਜਨ ਸਿੰਘ ਬੋਲ ਰਿਹਾ ਜੀ, ਕੈਂਸਸ ਤੋਂ, ਅਮਰੀਕਾ ਤੋਂ। ਹਰਬੰਸ ਸਿੰਘ? ਹਾਂ, ਹਰਭਜਨ ਸਿੰਘ। ਹਰਭਜਨ ਸਿੰਘ, ਹਾਂਜੀ ਹਰਭਜਨ ਜੀ, ਦੱਸੋ ਕੀ ਵਿਚਾਰ ਨੇ ਤੁਹਾਡੇ, ਕੀ ਕਹਿਣਾ ਚਾਹੋਗੇ ਅੱਜ ਦੇ ਮਸਲੇ ਤੇ? ਅੱਜ ਦੇ ਮਸਲੇ ਤੇ ਰਾਮ ਰਾਜ ਰੂ ਰਾਮ ਤੇ ਕੀ ਬਣਨਾ, ਇਹ ਤੇ ਤੁਸੀਂ ਛੱਡ ਦਿਓ ਗੱਲ ਇਹਦੇ ਨਾਲ। ਇਹਦੇ ਨਾਲ ਵੋਟਾਂ ਦੀ ਜਿਹੜੀ ਆ ਨਾ ਉਹ ਹੀ ਮਤਲਬ ਇਹ ਵੀ ਵੋਟਾਂ ਦੀ ਗੱਲ ਚੱਲ ਰਹੀ ਆ, ਹੋਰ ਕੋਈ ਗੱਲਬਾਤ ਨਹੀਂ ਗੀ। ਮੋਦੀ ਨੇ ਆਪਣੀਆਂ ਵੋਟਾਂ ਪੱਕੀਆਂ ਕਰਨੀਆਂ ਸੀ, ਨਾ ਰਾਮ ਰਾਜ ਹੋਣਾ ਤੇ ਨਾ ਕੋਈ ਇਹਦੇ ਚ ਕੋਈ ਪੋਲੀਟੀਸ਼ੀਅਨ ਜਾਂ ਹੋਰ ਫਰਕ ਪੈਣਾ ਸਵਾਏ ਇਲੈਕਸ਼ਨ ਤੋਂ। ਓਕੇ, ਪਰ ਤੁਹਾਨੂੰ ਨਹੀਂ ਲੱਗਦਾ ਹਰਭਜਨ ਸਿੰਘ ਜੀ ਸਾਰੀਆਂ ਹੀ ਪਾਰਟੀਆਂ ਇਹੋ ਹੀ ਕਰਦੀਆਂ ਵਾ? ਸਾਰੀਆਂ ਪਾਰਟੀਆਂ ਮੋਸਟਲੀ ਕਰਦੀਆਂ ਜੀ। ਹਾਂਜੀ, ਪਰ ਇਹ ਗੱਲ ਵਾ ਵੀ ਜਿਹੜਾ ਰਾਮ ਰਾਜ ਵਾਲੀ ਗੱਲ ਵਾ ਉਹਦੇ ਤੁਸੀਂ ਗੱਲ ਹੀ ਛੱਡ ਦਿਓ। ਦੂਸਰੀ ਗੱਲ ਇਹ ਵੀ ਜਿਹੜਾ ਰਾਮ ਦਰਬਾਰ ਸਾਹਿਬ ਚ ਆਇਆ ਨਾ, ਉਹਦਾ ਜਿਹੜਾ ਮਤਲਬ ਇਹ ਆ ਵੀ ਰਮਿਆ ਹੋਇਆ ਪਰਮਾਤਮਾ ਜਿਹੜਾ ਉਹ ਹਰ ਥਾਂ ਵਿੱਚ ਰਮਿਆ ਹੋਇਆ ਵਾ। ਜਿੱਥੇ ਉਹਨਾਂ ਨੇ ਮਤਲਬ ਇਹ ਆ ਵੀ ਰਾਮ ਚੰਦਰ ਦੀ ਗੱਲ ਕੀਤੀ, ਉੱਥੇ ਉਹਨਾਂ ਨੇ ਬਕਾਇਦਾ ਨਾਲ ਉਹਦਾ ਮਤਲਬ ਹਵਾਲਾ ਦਿੱਤਾ ਵਾ। ਹਾਂਜੀ, ਉੱਥੇ ਉਹ ਮਾੜੀ ਮੋਟੋ ਨਾਲ ਕੀਤੀ ਆ। ਜਿਹੜਾ ਮੋਦੀ ਨੇ ਵਿੱਚ ਆਖਿਆ ਵਾ ਵੀ ਆਪਣਾ ਗੁਰੂ ਗੋਬਿੰਦ ਸਿੰਘ ਦੇ ਬਾਰੇ ਵਿੱਚ ਜਿਹੜਾ ਉਹਨਾਂ ਕਮੈਂਟ ਕੀਤਾ ਵਾ ਜੀ, ਉਹ ਜਿਹੜਾ ਨਾ ਉਹ ਬਿਲਕੁਲ ਜਿਹੜਾ ਨਾ ਉਹ ਮੇਰੀ ਸਮਝ ਨਹੀਂ ਆ, ਉਹ ਗਲਤ ਸੀ। ਰਾਈਟ, ਹਾਂਜੀ, ਮਿਹਰਬਾਨੀ ਹਰਭਜਨ ਜੀ, ਹੋ ਗਈ ਪੂਰੀ ਗੱਲ, ਥੈਂਕ ਯੂ। ਮੀਨਵਾਈਲ ਪ੍ਰਗਟ ਬਲ ਹੁਣਾਂ ਨੇ ਤਾਜ਼ਾ ਕਮੈਂਟ ਸਾਡੀ ਤਾਰੀਫ ਕੀਤੀ, ਮਿਹਰਬਾਨੀ ਪ੍ਰਗਟ ਜੀ। ਪਰਮਜੀਤ ਸਿੰਘ ਕਹਿ ਰਹੇ ਨੇ ਕਿ ਇਹ ਵੋਟ ਬੈਂਕ ਦੀ ਪੋਲਿਟਿਕਸ ਹੋ ਰਹੀ ਆ। ਰਣਵਿਜੇ ਸਿੰਘ ਚੌਹਾਨ ਵੀ ਸਾਡੇ ਨਾਲ ਜੁੜ ਗਏ ਨੇ। ਮਿਸਕੀ ਗੁਪਤਾ ਕਹਿ ਰਹੇ ਨੇ ਪ੍ਰੋਗਰਾਮ ਦਾ ਸਮਾਂ ਵਧਾਇਆ ਜਾਣਾ ਚਾਹੀਦਾ। ਮਿਸਕੀ ਗੁਪਤਾ ਜੀ, ਜ਼ਰੂਰ ਕੋਸ਼ਿਸ਼ ਕਰਾਂਗੇ, ਤੁਹਾਡੀ ਗੱਲ ਸਿਰ ਮੱਥੇ। ਹਰਦੀਪ ਸਿੰਘ ਸੋਢੀ ਦਾ ਵੀ ਤਾਜ਼ਾ ਕਮੈਂਟ ਮਿਸਕੀ ਗੁਪਤਾ ਨੂੰ ਇਸ ਵੇਲੇ ਆਇਆ ਵਾ। ਵਾਕਈ ਸਾਰੇ ਹੀ ਸਿਆਸੀ ਲੀਡਰ ਜਿਹੜੇ ਆ ਇਹ ਪੋਲਿਟਿਕਸ ਧਰਮ ਦੇ ਨਾਂ 'ਤੇ ਕਰਦੇ ਆ। ਇਸੇ ਕਰਕੇ ਹੀ ਇਸ ਮਸਲੇ 'ਤੇ ਇੱਕ ਪ੍ਰੋਪਰ ਬਹਿਸ ਕਰਨ ਦੀ ਬਜਾਏ, ਵਿਚਾਰ ਵਟਾਂਦਰਾ ਕਰਨ ਦੀ ਬਜਾਏ ਸਭ ਨੇ ਬਚ ਬਚਾ ਕੇ ਕਮੈਂਟ ਦਿੱਤੇ ਆ। ਭਾਵੇਂ ਉਹ ਕਾਂਗਰਸ ਸੀ, ਕਾਂਗਰਸ ਦੇ ਨੇਤਾ ਸੀ, ਭਾਵੇਂ ਉਹ ਰਾਹੁਲ ਗਾਂਧੀ ਸੀ, ਪ੍ਰਿਯੰਕਾ ਗਾਂਧੀ ਸੀ, ਜਾਂ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਸੀ, ਜਾਂ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਸੀ, ਜਾਂ ਹੋਰ ਕਾਂਗਰਸ ਦੇ ਲੀਡਰ ਨੇ। ਸੀਤਾਰਾਮ ਯੇਚੂਰੀ ਨੇ ਜ਼ਰੂਰ ਇਹ ਗੱਲ ਕਹੀ ਆ ਕਿ ਇਹ ਜੋ ਹੋਇਆ ਵਾ ਇਹ ਗਲਤ ਹੋਇਆ ਵਾ। ਇਹ ਇੱਕ ਧਰਮ ਨਿਰਪੱਖ ਮੁਲਕ ਦੇ ਵਿੱਚ ਇਸ ਤਰ੍ਹਾਂ ਇਹ ਫੰਕਸ਼ਨ ਜਿਹੜਾ ਵਾ ਉਹ ਨਹੀਂ ਸੀ ਹੋਣਾ ਚਾਹੀਦਾ। ਇਹ ਟਰਸਟ ਦਾ ਫੰਕਸ਼ਨ ਸੀ, ਨਾ ਕਿ ਸਰਕਾਰੀ ਫੰਕਸ਼ਨ। ਸੀਤਾਰਾਮ ਯੇਚੂਰੀ ਜਿਹੜੇ ਨੇ ਉਹ CPM ਦੇ ਇੱਕ ਲੀਡਰ ਨੇ। ਖੈਰ, ਹੁਣ ਕਿਉਂਕਿ ਸਮਾਂ ਖਤਮ ਹੋ ਰਿਹਾ ਵਾ ਪ੍ਰੋਗਰਾਮ ਦੀ, ਹੁਣ ਮੈਨੂੰ ਸਮਾਪਤੀ ਕਰਨ ਦੀ ਇਜਾਜ਼ਤ ਦਿਓ। ਪਰ ਜਾਂਦੇ ਜਾਂਦੇ ਮੈਂ ਦੱਸ ਦੇਵਾਂ ਕਿ ਸਮੀਪ ਸਿੰਘ ਵੀ ਸਾਡੇ ਨਾਲ ਇਸ ਵੇਲੇ ਫੇਸਬੁੱਕ ਦੇ ਉੱਪਰ ਜੁੜ ਗਏ ਨੇ। ਸਮੀਪ ਸਿੰਘ ਕਹਿ ਰਹੇ ਨੇ ਸਾਡੀ ਇੱਕ ਵਾਰ ਵੀ ਕਾਲ ਨਹੀਂ ਲੱਗਦੀ, ਕਈਆਂ ਦੀ 2-2 ਵਾਰ ਲੱਗ ਜਾਂਦੀ ਹੈ। ਦੇ ਵੈਰੀ ਲੱਕੀ ਸਮੀਪ ਸਿੰਘ ਜੀ। ਕੋਸ਼ਿਸ਼ ਤੇ ਸਾਰੀਆਂ ਕਾਲਸ ਲੈਣ ਦੀ ਕਰੀਦੀ ਹੈ, ਪਰ ਕਈ ਵਾਰ ਯੂ ਆਰ ਜਸਟ ਲੱਕੀ ਔਰ ਅਨਲੱਕੀ, ਕਈ ਵਾਰ ਕਾਲ ਨਹੀਂ ਲੱਗਦੀ। ਔਰ ਸਾਡਾ ਕੋਸ਼ਿਸ਼ ਹੈ ਵੀ ਇੱਕ ਹੋਰ ਨੰਬਰ ਅਸੀਂ ਅਗਲੇ ਦਿਨਾਂ ਦੇ ਵਿੱਚ ਜ਼ਰੂਰ ਦੇ ਦਈਏ ਤਾਂ ਕਿ ਸਾਰੀਆਂ ਕਾਲਸ ਜਿਹੜੀਆਂ ਵਾ ਉਹ ਲੱਗ ਸਕਣ। ਬਹੁਤ ਬਹੁਤ ਮਿਹਰਬਾਨੀ। ਹੁਣ ਮੈਨੂੰ ਕਰਨ ਦਿਓ ਸਮਾਪਤ ਕਰਨ ਦੀ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।
This program is sponsored by PrimeLink Express, Gurmeet Mali, Union Truck Stop, Bakersfield, Sukhi Kuman,